ਸਤਿ ਸ਼੍ਰੀ ਅਕਾਲ ਜੀ। ਮਾਲਵੇ ਦੇ ਇਤਿਹਾਸਿਕ ਪਿੰਡ ਤਖਤੂਪੁਰੇ ਦੇ ਸੰਪੂਰਨ ਇਤਿਹਾਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਬਹੁਤ ਹੀ ਇਤਿਹਾਸਿਕ ਜਿਹੜੀਆਂ ਸੰਸਥਾਨ ਨੇ ਮੌਜੂਦ ਹਨ, ਕਿਉਂਕਿ ਤਖਤੂਪੁਰਾ ਪਿੰਡ ਨਾਨਕਸਰ ਤਖਤੂਪੁਰਾ ਵਜੋਂ ਵੀ ਜਾਣਿਆ ਜਾਂਦਾ ਹੈ। ਤਖਤੂਪੁਰਾ ਦੇ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਸੰਸਥਾਵਾਂ ਦੇ ਵਿੱਚ ਤਿੰਨ ਪਾਤਸ਼ਾਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹਰਗੋਬਿੰਦ ਪਾਤਸ਼ਾਹ ਜੀ, ਇਸ ਦੇ ਨਾਲ ਹੀ ਗੋਪੀ ਚੰਦ ਭਰਥਰੀ ਔਰ ਲੰਬੇ ਸੰਤਾਂ ਦੀ ਕੁਟੀਆ, ਕਹਿਣ ਤੋਂ ਭਾਵ ਇੱਕ ਵਿਸ਼ੇਸ਼ ਯਾਦਗਾਰ ਗੁਰੂ ਗੋਬਿੰਦ ਸਿੰਘ ਜੀ ਦੀ, ਯਾਨੀ ਕਾਫੀ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਨਾਲ ਸੁਮੇਲ ਖਾਂਦੀਆਂ ਇਸ ਪਿੰਡ ਦੇ ਵਿੱਚ ਮੌਜੂਦ ਹਨ। ਆਓ ਅੱਜ ਆਪਾਂ ਇਸ ਪਿੰਡ ਦੇ ਪੂਰਨ ਇਤਿਹਾਸ ਦੀ ਗੱਲ ਕਰਾਂਗੇ। ਜੇਕਰ ਇਸ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ ਕੁੱਲ ਵੋਟਰ 3720 ਦੇ ਕਰੀਬ ਇਸ ਪਿੰਡ ਦੇ ਹਨ। ਮਰਦ ਵੋਟਰਾਂ ਦੀ ਗਿਣਤੀ 1982 ਹੈ, ਔਰਤਾਂ ਵੋਟਰਾਂ ਦੀ ਗਿਣਤੀ 1738 ਹੈ। ਰਕਬੇ ਦੇ ਹਿਸਾਬ ਦੇ ਨਾਲ ਇਹ ਪਿੰਡ 3159 ਏਕੜ ਦੇ ਵਿੱਚ ਜਿਹੜਾ ਫੈਲਿਆ ਹੋਇਆ ਹੈ। ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ, ਬਲਾਕ ਨਿਹਾਲ ਸਿੰਘ ਵਾਲਾ ਅਤੇ ਥਾਣਾ ਵੀ ਇਸ ਨੂੰ ਨਿਹਾਲ ਸਿੰਘ ਵਾਲਾ ਪੈਂਦਾ ਹੈ। ਪਿੰਡ ਦਾ ਇਤਿਹਾਸਿਕ ਪਿਛੋਕੜ ਜਾਣਨ ਦੇ ਲਈ ਜੇਕਰ ਅਸੀਂ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਨੰਬਰ 703 ਤੇ ਵਸੇ ਪਿੰਡ ਬਿਲਾਸਪੁਰ ਤੋਂ ਸਿਬਦੇ ਵਾਲੇ ਪਾਸੇ 3 ਕਿਲੋਮੀਟਰ ਦੀ ਦੂਰੀ ਤੇ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਮਾਲਵੇ ਦਾ ਇਤਿਹਾਸਕ ਨਗਰ ਤਖਤੂਪੁਰਾ ਹੈ। ਇਸ ਪਿੰਡ ਦੇ ਪਿਛੋਕੜ ਸੰਬੰਧੀ ਵੱਖ-ਵੱਖ ਕਥਨ, ਵੱਖ-ਵੱਖ ਧਾਰਨਾਵਾਂ ਪ੍ਰਚਲਿਤ ਹਨ। ਇਸ ਪਿੰਡ ਦੇ ਪਿਛੋਕੜ ਬਾਰੇ ਕਈ ਜਾਣਕਾਰ ਦੱਸਦੇ ਹਨ ਕਿ 15ਵੀਂ ਸਦੀ ਦੇ ਅੱਧ ਵਿੱਚ ਪਿੰਡ ਕਾਂਗੜ ਦੇ ਵਸਨੀਕ ਮਹਿਰ ਮਿੱਠੇ ਦੀ ਵੰਸ਼ 'ਚੋਂ ਤਖਤੂਪੁਰਾ ਧਾਰੀਵਾਲ ਨਾਂ ਦੇ ਵਿਅਕਤੀ ਨੇ ਪਿੰਡ ਰਾਊਕੇ ਕਲਾਂ ਵਿੱਚੋਂ ਆ ਕੇ ਵਸਾਇਆ ਹੈ। ਦੂਸਰੇ ਪਾਸੇ ਢਿੱਲੋਂ ਗੋਂਦ ਦੇ ਵੰਸ਼ਜ ਅਨੁਸਾਰ ਇਹ ਪਿੰਡ 15ਵੀਂ ਸਦੀ ਵਿੱਚ ਰੋਲੀਆ ਸਿੰਘ ਢਿੱਲੋਂ ਦੇ ਵੱਡੇ ਵਡੇਰਿਆਂ 'ਚੋਂ ਥਾਂਦੇ ਢਿੱਲੋਂ ਨੇ ਇਸ ਪਿੰਡ ਦੀ ਮੋਹਰੀ ਗੱਡੀ ਸੀ। ਉਹਨਾਂ ਦੱਸਿਆ ਕਿ ਉਹਨਾਂ ਸਮਿਆਂ ਵਿੱਚ ਧਾਰਮੀਆਂ ਦੇ ਹਮਲੇ ਹੁੰਦੇ ਰਹਿੰਦੇ ਸਨ, ਇਸ ਲਈ ਘਰਾਂ ਦੀ ਗਿਣਤੀ ਵਧਾਉਣ ਦੇ ਲਈ ਨੇੜਲੇ ਪਿੰਡ ਰਾਊਕੇ 'ਚੋਂ ਸਰਦਾਰ ਰਾਊਕੂ ਦੇ ਪੁੱਤਰ ਲੋਧੀ ਨੂੰ ਲਿਆਂਦਾ ਗਿਆ ਅਤੇ ਲੋਧੀ ਦੇ ਪੁੱਤਰ ਤਖਤੂ ਦੇ ਨਾਂ 'ਤੇ ਇਸ ਪਿੰਡ ਦਾ ਨਾਂ ਤਖਤੂਪੁਰਾ ਪਿਆ। ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਲਗਭਗ 41 ਸਾਲ ਦੀ ਉਮਰ ਵਿੱਚ ਦੂਸਰੀ ਉਦਾਸੀ ਮੌਕੇ ਸਨ 1510 ਦੇ ਲਗਭਗ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਧਰਮਕੋਟ ਹੁੰਦੇ ਹੋਏ ਤਖਤੂਪੁਰਾ ਵਿਖੇ ਪੁੱਜੇ ਸਨ। ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ 6ਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਤੇ ਮਹਾਰਾਜ ਜਾਂਦੇ ਹੋਏ ਵੀ ਇਸ ਅਸਥਾਨ 'ਤੇ ਬਿਰਾਜਮਾਨ ਹੋਏ ਸਨ। ਉਹਨਾਂ ਨੇ ਆਪਣੇ ਪਾਵਰ ਕਰ ਕਮਲਾਂ ਦੇ ਨਾਲ ਤਖਤੂਪੁਰੇ ਦੀ ਧਰਤੀ ਨੂੰ ਚਾਰ ਚੰਨ ਲਾਏ। ਇਸ ਜਗ੍ਹਾ 6ਵੇਂ ਪਾਤਸ਼ਾਹ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਕੋਈ ਸਵਾ ਕੁ ਮਹੀਨਾ ਆਪਣੇ ਪ੍ਰਵਚਨਾਂ ਦੇ ਨਾਲ ਨਿਹਾਲ ਕਰਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਰਾਏਗੜ੍ਹ ਲੰਮਾ ਜੱਟਪੁਰਾ ਹੁੰਦੇ ਹੋਏ ਇਸ ਰਮਣੀਕ ਅਸਥਾਨ 'ਤੇ ਪੁੱਜੇ ਸਨ। ਇਸ ਅਸਥਾਨ 'ਤੇ ਮੁਕਤਸਰ ਅਤੇ 40 ਮੁਕਤਿਆਂ ਦੀ ਸ਼ਹੀਦੀ ਯਾਦ ਵਿੱਚ ਸਾਲਾਨਾ ਜਿਹੜਾ ਮਾਘੀ ਦਾ ਮੇਲਾ ਉਹ ਬਹੁਤ ਹੀ ਉੱਚੀ ਸੁੱਚੀ ਅਤੇ ਵੱਡੇ ਮਿਲਾਪ ਦੇ ਨਾਲ ਪਲਦਾ ਹੈ। ਔਰ ਇਸ ਦੇ ਨਾਲ ਹੀ ਇਹ ਵੀ ਦੱਸ ਦਿੱਤਾ ਜਾਵੇ ਕਿ ਜੇਕਰ ਅਸੀਂ ਪੁਰਾਤਨ ਇਤਿਹਾਸ ਨੂੰ ਫਰੋਲੀਏ ਤਾਂ ਪਟਿਆਲਾ ਤੋਂ ਇਤਿਹਾਸਕਾਰ ਜਿਨ੍ਹਾਂ ਨੇ ਕਿਸੇ ਸਮੇਂ ਇੱਥੇ ਸਾਈਕਲ ਯਾਤਰਾ 1930 ਅਤੇ 31 ਦੇ ਵਿੱਚ ਧਾਰਮਿਕ ਗੁਰ ਸਥਾਨਾਂ ਦੀ ਕੀਤੀ ਸੀ, ਉਹਨਾਂ ਦੇ ਮੁਤਾਬਕ ਇੱਥੇ ਦੋ ਹੋਰ ਪਾਤਸ਼ਾਹੀਆਂ 7ਵੀਂ ਅਤੇ 9ਵੀਂ ਪਾਤਸ਼ਾਹੀ
ਦੇ ਵੀ ਚਰਨ ਮੁਬਾਰਕ ਪਏ ਹਨ। ਭਾਵੇਂ ਕਿ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਜਗ੍ਹਾ ਨੂੰ ਵੀ ਉਸ ਕਿਤਾਬ ਦੇ ਵਿੱਚ ਉਲੇਖ ਕੀਤਾ ਹੋਇਆ ਹੈ, ਪਰੰਤੂ ਮੌਜੂਦਾ ਸਮੇਂ ਇਸ ਜਗ੍ਹਾ ਦੇ ਉੱਪਰ 3 ਪਾਤਸ਼ਾਹੀਆਂ ਦੀ ਜਿਹੜੇ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਪਹਿਲੀ ਪਾਤਸ਼ਾਹੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ, 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਦੇ ਨਾਲ ਹੀ ਇਸ ਜਗ੍ਹਾ ਦੇ ਉੱਪਰ ਜੋ ਗੁਰੂ ਸਾਹਿਬਾਨ ਦੀਆਂ ਇਤਿਹਾਸਿਕ ਇਮਾਰਤਾਂ ਬਣੀਆਂ ਹੋਈਆਂ ਹਨ, ਉਹ ਵਿਲੱਖਣ ਅਤੇ ਪ੍ਰਾਚੀਨ ਸਭਿਅਤਾ ਨੂੰ ਪੇਸ਼ ਕਰਦੀਆਂ ਹਨ। ਇਸ ਲਈ ਦੂਰੋਂ ਦੂਰੋਂ ਦੁਨੀਆ ਭਰ ਤੋਂ ਸੰਗਤਾਂ ਇਸ ਅਸਥਾਨਾਂ ਨੂੰ ਵੇਖਣ ਦੇ ਲਈ ਆਉਂਦੀਆਂ ਹਨ। ਗੁਰੂ ਸਾਹਿਬਾਨ ਸਿੱਖੀ ਦੇ ਝੂਲਦੇ ਹੋਏ ਨਿਸ਼ਾਨ, ਕੇਸਰੀ ਨਿਸ਼ਾਨਾਂ ਨੂੰ ਪੇਸ਼ ਕਰਦੇ 100 ਫੁੱਟ ਦੇ ਕਰੀਬ ਨਿਸ਼ਾਨ ਸਾਹਿਬ ਜੋ ਕਿ ਇੱਥੇ ਉਪਲਬਧ ਹਨ। ਕੇਸਰੀ ਨਿਸ਼ਾਨ ਸਦਾ ਰਹਿਣ ਝੂਲਦੇ, ਇਹੋ ਸਾਡੀ ਸਿੱਖੀ ਦੀ ਨਿਸ਼ਾਨੀ। ਦੋਸਤੋ, ਆ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਫਰੰਟ ਜਿਹੜਾ ਮੁੱਖ ਗੇਟ ਤੁਹਾਨੂੰ ਵਿਖਾ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਗੁਰੂ ਸਾਹਿਬਾਨ ਦੇ ਚਾਰ ਦੀਵਾਰੀ ਸਾਹਮਣੇ ਇੱਕ ਪਵਿੱਤਰ ਸਰੋਵਰ ਤੁਹਾਨੂੰ ਵਿਖਾ ਰਹੇ ਹਾਂ। ਇਸ ਸਰੋਵਰ ਦੀ ਸੇਵਾ ਦੇ ਵਿੱਚ 61 ਤੀਰਥਾਂ ਦਾ ਜਿਹੜਾ ਜਲ ਲਿਆ ਕੇ ਜਦੋਂ ਇਸ ਨੂੰ ਡੂੰਘੇ ਤੋਂ ਬਾਅਦ ਪੂਰਿਆ ਗਿਆ ਸੀ, ਇਸ ਪਵਿੱਤਰ ਜਲ ਦੇ ਵਿੱਚ ਮਿਲਾਇਆ ਗਿਆ ਸੀ। ਇਤਿਹਾਸਕਾਰ ਤਾਂ ਇਹ ਵੀ ਦੱਸਦੇ ਹਨ ਕਿ 6ਵੀਂ ਪਾਤਸ਼ਾਹ ਨੇ ਆਪਣੇ ਘੋੜੇ ਦੇ ਨਾਲ ਇਸ ਜਗ੍ਹਾ 'ਤੇ ਪੌੜ ਮਾਰ ਕੇ ਇੱਕ ਅੰਮ੍ਰਿਤ ਰੂਪੀ ਜਿਹੜਾ ਜਲ ਆ ਇਸ ਧਰਤੀ ਦੇ ਵਿੱਚੋਂ ਕੱਢਿਆ ਸੀ। ਉਸ ਪੌੜ ਦੇ ਨਾਲ ਜਿਹੜਾ ਇੱਥੇ ਇਹ ਜਲ ਪ੍ਰਗਟ ਹੋਇਆ ਸੀ। ਬਹੁਤ ਸਾਰਾ ਇਤਿਹਾਸ ਇਸ ਪਿੰਡ ਦੇ ਨਾਲ ਜੁੜਿਆ ਹੋਇਆ ਹੈ। ਬਹੁਤ ਇਤਿਹਾਸਕਾਰਾਂ ਨੇ ਇਸ ਦਾ ਸਮੇਂ-ਸਮੇਂ 'ਤੇ ਜ਼ਿਕਰ ਕੀਤਾ ਹੈ। ਜੇਕਰ ਅਸੀਂ ਪ੍ਰਸਿੱਧ ਇਤਿਹਾਸਕਾਰ ਕਈਆਂ ਵੱਡੇ ਵਿਦਵਾਨਾਂ ਦੀ ਗੱਲ ਕਰੀਏ ਤਾਂ ਭਾਈ ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਦੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਕਰਦੇ ਹਨ ਔਰ ਦੱਸਦੇ ਹਨ ਕਿ ਇੱਥੋਂ ਦੇ ਇਤਿਹਾਸਕ ਗੁਰੂ ਸਾਹਿਬਾਨ ਦੇ ਜਿਹੜੇ ਯਾਦ ਵਿੱਚ ਬਣੇ ਹੋਏ ਗੁਰਦੁਆਰੇ, ਇਸੇ ਤਰ੍ਹਾਂ ਹੀ ਇਹਨਾਂ ਗੁਰਦੁਆਰਿਆਂ ਤੋਂ ਬਾਹਰ ਸਰਦਾਰ ਬਘੇਲ ਸਿੰਘ ਦੀ ਯਾਦ ਵਿੱਚ ਇੱਕ ਇਤਿਹਾਸਕ ਖੂਹ ਜੋ ਉਹਨਾਂ ਨੇ ਖੁਦ ਦਿੱਲੀ ਨੂੰ ਜਿੱਤਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਲਵਾਇਆ ਸੀ, ਉਹ ਵੀ ਅੱਜ ਮੌਜੂਦਾ ਸਮੇਂ ਉੱਥੇ ਮੌਜੂਦ ਹੈ। ਪਿੰਡ ਦੇ ਚੰਗੇ ਇਨਸਾਨ, ਕੁਛ ਕਰ ਗੁਜ਼ਰਨ ਵਾਲੇ ਲੋਕਾਂ ਦੇ ਤਰਫੋਂ ਉਸ ਨੂੰ ਹਜੇ ਤੱਕ ਵੀ ਉਹ ਸਾਂਭਿਆ ਗਿਆ ਹੈ। ਤੁਹਾਡੇ ਸਾਹਮਣੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਉਸਾਰਿਆ ਗਿਆ, ਉਸਾਰਿਆ ਹੋਇਆ ਜਿਹੜਾ ਇਹ ਗੁਰੂ ਸਾਹਿਬ ਨਿਸ਼ਾਨੀ ਦੇ ਵਿੱਚ ਗੁਰਦੁਆਰਾ ਸਾਹਿਬ 10ਵੀਂ ਪਾਤਸ਼ਾਹੀ ਦਾ ਅਸੀਂ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਇਹ ਵਾਲੀਆਂ ਜਗ੍ਹਾ ਦੇ ਕੜਾਹ ਪ੍ਰਸਾਦ ਕਰਵਾਉਣ ਲਈ ਵੱਖਰੇ ਬਣੇ ਹੋਏ ਕਮਰੇ, ਇਹ ਵੀ ਤੁਹਾਨੂੰ ਜਿਹੜੇ ਇੱਥੇ ਵਿਖਾ ਰਹੇ ਹਾਂ। ਇਸ ਲਈ ਕੁੱਲ ਮਿਲਾ ਕੇ ਅਜਿਹਾ ਮਨਮੋਹਕ ਦ੍ਰਿਸ਼, ਅਜਿਹਾ ਕੁਦਰਤ ਦੇ ਨਾਲ ਸੁਮੇਲ ਰੱਖਣ ਵਾਲੀ ਜਗ੍ਹਾ, ਅਜਿਹਾ ਇੱਕ ਵਾਤਾਵਰਨ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਇਸ ਤਰ੍ਹਾਂ ਦਾ ਸ਼ਾਂਤਮਈ ਮਾਹੌਲ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ ਦਾ, ਰਹਿਣ ਸਹਿਣ ਦਾ ਇਸ ਅਸਥਾਨ ਦੇ ਉੱਪਰ ਤਖਤੂਪੁਰਾ ਸਾਹਿਬ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਔਰ ਕੋਈ ਵੀ ਕਿੰਨੇ ਵੀ ਸ਼ਰਧਾਲੂ ਜਿਹੜੇ ਇੱਥੇ ਆ ਕੇ ਕਦੇ ਵੀ ਰਹਿ ਸਕਦੇ ਹਨ, ਕਿਉਂਕਿ ਲੰਗਰ ਹਰ ਸਮੇਂ ਜਿਹੜਾ ਇੱਥੇ ਤਿਆਰ ਮਿਲਦਾ। ਬਹੁਤ ਵੱਡਾ ਲੰਗਰ ਹਾਲ ਵੀ ਜਿਹੜਾ ਇੱਥੋਂ ਦੇ ਮੈਨੇਜਰ ਵੱਲੋਂ, ਜਨਰਲ ਸਿੰਘ ਵੱਲੋਂ ਉਸਾਰਿਆ ਗਿਆ ਸੀ, ਉਹ ਵੀ ਵੇਖਣ ਦੇ ਕਾਬਲ ਹੈ। ਕੁੱਲ ਮਿਲਾ ਕੇ ਅਸੀਂ ਜੇ ਕਹੀਏ ਤਾਂ ਅਜਿਹੀ ਜਗ੍ਹਾ ਹੋਰ ਕਿਤੇ
ਨੇੜੇ ਤੇੜੇ ਜਿਹੜੀ ਉਹ ਵੇਖਣ ਨੂੰ ਨਹੀਂ ਮਿਲਦੀ। ਇਸ ਤਰ੍ਹਾਂ ਦੀਆਂ ਧਾਰਮਿਕ ਜਿਹੜੀਆਂ ਬਿਲਡਿੰਗਾਂ ਨੇ, ਇਸ ਤਰ੍ਹਾਂ ਦੇ ਧਾਰਮਿਕ ਜਿਹੜੇ ਗੁਰਦੁਆਰੇ ਬਣਾਏ ਜਾਂਦੇ ਨੇ ਸਿੱਖੀ ਦੇ ਨਾਲ ਸੰਬੰਧਿਤ, ਉਹਨਾਂ ਨੂੰ ਉਜਾਗਰ ਕਰਨ ਦੇ ਲਈ ਇਹ ਤੁਹਾਡੇ ਸਾਹਮਣੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਤੁਹਾਡੇ ਸਾਹਮਣੇ ਅਸੀਂ ਇੱਕ ਜਿਹੜਾ ਗੁਰੂ ਘਰ ਬਹੁਤ ਹੀ ਮਨਮੋਹਕ ਜਿਹੜਾ ਉਸਾਰਿਆ ਗਿਆ ਹੈ, ਦਿੱਲੀ ਵਾਲੇ ਸੰਤਾਂ ਦੇ ਵੱਲੋਂ ਇਸ ਦੀ ਸੇਵਾ ਕੀਤੀ ਗਈ ਸੀ, ਉਹ ਦਿਖਾ ਰਹੇ ਹਾਂ। ਪਾਤਸ਼ਾਹੀ ਛੇਵੀਂ ਦਾ ਜ਼ਿਕਰ ਹੈ ਜਿਹੜਾ ਤੁਹਾਡੇ ਸਾਹਮਣੇ ਅਸੀਂ ਉਹ ਕਰ ਰਹੇ ਹਾਂ ਕਿ ਗੁਰੂ ਸਾਹਿਬਾਨ ਦੀ ਯਾਦ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਭਾਈ ਜੀ ਕੀ ਡੋਲੀ ਤੋਂ ਮਹਿਰਾਜ ਜਾਂਦੇ ਹੋਏ ਇਸ ਅਸਥਾਨ 'ਤੇ ਕਿੰਨਾ ਹੀ ਚਿਰ ਟਿਕ ਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਦੇ ਰਹੇ। ਅੰਮ੍ਰਿਤ ਰੂਪੀ ਬਾਣੀ, ਅੰਮ੍ਰਿਤ ਰੂਪੀ ਜਲ, ਅੰਮ੍ਰਿਤ ਰੂਪੀ ਜਿਹੜੇ ਉਹਨਾਂ ਨੂੰ ਆਪਣੇ ਸ਼ਬਦ ਦੇ ਕੇ ਉਹਨਾਂ ਨੇ ਸਮੇਂ ਇਹਨਾਂ ਨੂੰ ਨਿਹਾਲ ਕੀਤਾ। ਆਹ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦਾ ਮਨਮੋਹਕ ਦ੍ਰਿਸ਼, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਦੀ ਛੇਵੀਂ ਪਾਤਸ਼ਾਹੀ ਦੇ ਗੁਰੂ ਘਰ ਗੁਰਦੁਆਰਾ ਦਾ ਜਿਹੜਾ ਅੰਦਰਲਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ਾਮ ਦੇ ਸਮੇਂ, ਆਥਣ ਦੇ, ਸੰਧਿਆ ਦੇ ਸਮੇਂ ਇੱਥੇ ਹਮੇਸ਼ਾ ਹੀ ਜਿਹੜਾ ਉਹ ਕੀਰਤਨ ਹੁੰਦਾ ਔਰ ਕਥਾਕਾਰ ਭਾਗੀ ਕਿਆਂ ਵਾਲੇ ਜਿਹੜੇ ਹਮੇਸ਼ਾ ਹੀ ਲੰਬੇ ਸਮੇਂ ਤੋਂ ਇੱਥੇ ਜੁੜੇ ਹੋਏ ਨੇ, ਉਹ ਹਰ ਰੋਜ਼ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ। ਹਰ ਸ਼ਾਮ, ਹਰ ਸੰਧਿਆ ਜਿਹੜਾ ਇੱਥੇ ਸ਼ਾਮ ਨੂੰ ਕੀਰਤਨ ਰੂਪੀ ਅੰਮ੍ਰਿਤ ਪ੍ਰਵਾਹ ਚੱਲਦਾ ਅਤੇ ਸੰਗਤਾਂ ਸਮੇਂ 'ਤੇ ਆ ਕੇ ਜਿਹੜੀਆਂ ਇੱਥੇ ਆਪਦੇ ਆਪ ਨੂੰ ਨਾਮ ਰੂਪੀ ਰਸ ਦੇ ਵਿੱਚ, ਉਸ ਪਰਮਾਤਮਾ ਦੀ ਇਲਾਹੀ ਬਾਣੀ ਦੇ ਵਿੱਚ, ਉਸ ਸਤਿਗੁਰੂ ਸ਼ਬਦ ਰੂਪੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਅਭੇਦ ਹੋ ਕੇ ਹਮੇਸ਼ਾ ਹੀ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੀਆਂ ਨੇ, ਤੱਗ ਵਿੱਚ ਰਹਿੰਦੀਆਂ ਨੇ ਅਤੇ ਜੁੜਦੀਆਂ ਨੇ। ਸਾਹਮਣੇ ਗੁਰੂ ਸਾਹਿਬਾਨ ਦੇ ਸ਼ਾਸਤਰ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹੀ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਜਿਹੜਾ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਉਸਾਰਿਆ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਆ ਤੁਹਾਡੇ ਸਨਮੁਖ ਕਰਾਂਗੇ। ਸਮੇਂ 'ਤੇ ਅਜਿਹੀਆਂ ਚੀਜ਼ਾਂ ਨੂੰ ਵਿਖਾਉਣਾ, ਛੇਵੇਂ ਪਾਤਸ਼ਾਹ ਵੱਲੋਂ 5 ਪਿਆਲੇ 5 ਪੀਰ, ਸਿਸਟਮ ਪੀਰ ਬੈਠਾ ਗੁਰ ਭਾਰੀ, ਇਹੋ ਜਿਹੇ ਸ਼ਬਦ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਲੋਕ ਲਿਖ ਕੇ ਇਸ ਇਮਾਰਤ ਨੂੰ ਬਹੁਤ ਹੀ ਸੁੰਦਰ ਅਤੇ ਵਧੀਆ ਢੰਗ ਦੇ ਨਾਲ ਉਸਾਰਿਆ ਗਿਆ ਹੈ। ਹਰ ਵੇਖਣ ਵਾਲੇ ਸ਼ਰਧਾਲੂ ਦਾ ਮਨ ਜਿਹੜਾ ਇੱਥੇ ਆ ਕੇ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ, ਉਸ ਦੀ ਰਜ਼ਾ ਦੇ ਵਿੱਚ ਸਜਦਾ ਕਰਦਾ। ਚੱਲੀ ਪੀੜੀ ਸੋਢੀਆਂ ਰੂਪ ਵਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਗਿਆ ਹੈ ਕਿ ਵੱਡੇ ਵੱਡੇ ਦਲਾਂ ਨੂੰ ਪੰਨ ਦੇਣ ਵਾਲਾ, ਭੰਜਨ ਕਰਨ ਵਾਲਾ ਯੋਧਾ, ਬਹੁਤ ਪਰਉਪਕਾਰੀ, ਮੇਰੀ ਅਤੇ ਪੀਰੀ ਦਾ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੂੰ ਮੀਰੀ ਅਤੇ ਪੀਰੀ ਦਾ ਖਿਤਾਬ ਦੁਨੀਆ ਦੇ ਵਿੱਚ, ਰਹਿੰਦੀ ਦੁਨੀਆ ਤੱਕ ਹਮੇਸ਼ਾ ਹੀ ਉਹਨਾਂ ਦੇ ਨਾਮ ਰਹੇਗਾ।
ਦੋਸਤੋ ਸਾਹਮਣਾ ਗੁਰੂ ਘਰ ਜਿਹੜਾ ਹੈਗਾ, ਗੁਰੂ ਘਰ ਦੀ ਇਮਾਰਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਕਿਹਾ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹਮੇਸ਼ਾ ਹੀ ਲੁਕਾਈ ਨੂੰ ਸਮੇਂ ਸਮੇਂ 'ਤੇ ਹੱਕ ਸੱਚ ਦੇ ਬੋਲਣ ਵਾਲੇ, ਜ਼ਬਰ ਦੇ ਵਿਰੁੱਧ ਡਟ ਕੇ ਆਪਣੀ ਕਲਮ ਨੂੰ ਚਲਾਉਣ ਵਾਲੇ ਪਾਤਸ਼ਾਹੀ ਪਹਿਲੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਹਮਣੇ ਬਹੁਤ ਹੀ ਪ੍ਰਾਚੀਨ ਅਤੇ ਆਧੁਨਿਕ ਸੁਮੇਲ ਦੇ ਨਾਲ ਬਣਿਆ ਹੋਇਆ ਜਿਹੜਾ ਗੁਰੂ ਘਰ ਆ, ਉਸ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰੀ ਦੁਨੀਆ 'ਤੇ ਲੁਕਾਈ ਨੂੰ ਚਾਨਣ ਵੰਡਣ ਵਾਲੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ। ਗੁਰੂ ਸਾਹਿਬਾਨ ਦੇ ਪ੍ਰਗਟ ਦੇ ਨਾਲ ਦੁਨੀਆ ਦੇ ਉੱਪਰ ਛਾਇਆ ਹੋਇਆ ਹਨੇਰਾ, ਅੰਧਕਾਰ, ਅਗਿਆਨਤਾ, ਹੋਰ ਇਸ ਤਰ੍ਹਾਂ ਦੀਆਂ ਬੁਰਾਈਆਂ ਕਿੰਨੀਆਂ ਹੀ ਜਿੰਨੀਆਂ ਗੁਰੂ ਸਾਹਿਬਾਨ ਦੇ ਆਉਣ ਦੇ ਨਾਲ ਇਸ ਧਰਤੀ ਦੇ ਉੱਪਰੋਂ ਅਲੋਪ ਹੋ ਗਈਆਂ, ਕਿਉਂਕਿ ਗੁਰੂ ਸਾਹਿਬ ਅਜਿਹੀ ਵਿਲੱਖਣ ਸ਼ਕਤੀ ਦੇ ਮਾਲਕ ਸਨ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹੀ ਵਿਲੱਖਣ ਕਲਮ, ਅਜਿਹੀ ਉੱਚੀ ਸੁੱਚੀ ਸੋਚ ਅਤੇ ਹੱਕ ਅਤੇ ਸੱਚ ਦੇ ਨਾਲ ਖੜ੍ਹ ਕੇ ਜ਼ਬਰ ਵਿਰੁੱਧ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਉਹ ਗੁਰੂ ਘਰ ਹੈ, ਜਿੱਥੇ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਨੇ ਰਹਿੰਦੇ ਹੋਏ ਤਖਤੂਪੁਰੇ ਦੀਆਂ ਸੰਗਤਾਂ ਦੇ ਨਾਲ ਨਾਲ ਹੋਰ ਵੀ ਏਰੇ ਦੀਆਂ ਸੰਗਤਾਂ ਨੂੰ ਜਿਹੜਾ ਆਪਣੀ ਰੂਹਾਨੀਅਤ ਦੇ ਨਾਲ, ਰੱਬੀ ਬਾਣੀ ਦੇ ਨਾਲ ਹਮੇਸ਼ਾ ਹੀ ਨਿਹਾਲ ਕੀਤਾ। ਅਤੇ ਹੁਣ ਵੀ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਾਤਸ਼ਾਹ ਦੀ ਦਰਜ ਹੈ, ਉਹ ਰਹਿੰਦੀ ਦੁਨੀਆ ਤੱਕ ਪੂਰੀ ਦੁਨੀਆ ਨੂੰ ਸ਼ਬਦ ਦੇ ਰਾਹੀਂ, ਸ਼ਬਦ ਗੁਰੂ ਨਾਲ ਜੁੜ ਕੇ ਉਹਨਾਂ ਨੂੰ ਇਸ ਕਾਇਨਾਤ ਦੇ ਭੇਦ, ਬ੍ਰਹਿਮੰਡ ਦੀ ਸ਼ਕਤੀ ਬਾਰੇ ਜਾਣੂ ਕਰਵਾਉਂਦੀ ਰਹੇਗੀ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸਭ ਕੁਛ ਭੇਦ ਕਵੇਦ, ਕਹੋ ਮਤ ਝੂਠੇ, ਝੂਠਾ ਜੋ ਨਾ ਪਛਾਣੇ। ਬਹੁਤ ਹੀ ਅਜਿਹੀਆਂ ਗੱਲਾਂ, ਜਿਹੇ ਸਾਰਥਿਕ ਤੱਥ, ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਗੁਰੂ ਸਾਹਿਬਾਨ ਨੇ ਸਾਡੇ ਲੋਕਾਂ ਦੇ, ਸਾਡੀ ਲੁਕਾਈ ਦੇ ਲਈ ਸਮੇਂ ਸਮੇਂ 'ਤੇ ਦੱਸਿਆ, ਅਤੇ ਜਿਸ ਨੂੰ ਮੰਨ ਕੇ ਹੁਕਮ ਮੰਨੀਏ ਹੋਈਏ ਪ੍ਰਮਾਣ, ਜਿਸ ਨੂੰ ਮੰਨ ਕੇ, ਜਿਸ ਦੇ ਉੱਪਰ ਅਮਲ ਕਰਕੇ ਦੁਨੀਆ ਦਾ ਹਰ ਇੱਕ ਇਨਸਾਨ ਜਿਸ ਨੇ ਆਪਣੇ ਆਪ ਨੂੰ ਬਦਲਣ ਦੀ, ਜ਼ਿੰਦਗੀ ਜਿਉਣ ਦੀ ਜੀਵਨ ਜਾਂਚ ਸਿੱਖੀ ਹੈ, ਉਸ ਨੇ ਹਮੇਸ਼ਾ ਹੀ ਇੱਥੋਂ ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਜਿੰਨੇ ਵੀ ਭਗਤਾਂ ਦੀ, ਗੁਰੂਆਂ ਦੀ ਹੋਈ ਹੈ, ਉਸ ਤੋਂ ਆਪਦੇ ਜੀਵਨ ਨੂੰ ਸਫਲ ਬਣਾਇਆ, ਅਤੇ ਆਪਦੇ ਨਾਲ ਨਾਲ ਆਪਦੇ ਪਰਿਵਾਰ ਨੂੰ ਵੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਸੁਧਰਨ ਦੀ ਜਿਹੜੀ ਜੀਵਨ ਜਾਂਚ ਦੱਸੀ ਹੈ। ਤੁਹਾਡੇ ਸਾਹਮਣੇ ਬਹੁਤ ਹੀ ਪਵਿੱਤਰ ਜਲ ਜਿਹੜਾ ਇਸ ਸਰੋਵਰ ਦਾ ਹੈ, ਜਿੱਥੇ ਸੰਗਤਾਂ ਮਾਘ ਦੇ ਮਹੀਨੇ ਵਿੱਚ ਆ ਕੇ ਵਿਸ਼ੇਸ਼ ਤੌਰ 'ਤੇ ਇਸ਼ਨਾਨ ਕਰਦੀਆਂ, ਕਿਉਂ ਕਿਹਾ ਗਿਆ ਸੀ ਕਿ ਮਾਘ ਮੰਗਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਾਈ ਕੇ ਸਭਨਾਂ ਨੂੰ ਕਰਦਾਨ। ਭਾਵੇਂ ਕਿ ਇਸ ਅਸਥਾਨ ਦੇ ਉੱਪਰ ਹਰ ਹੀ ਸ਼ਨੀਵਾਰ, ਐਤਵਾਰ, ਵਿਸਾਖੀ, ਮੱਸਿਆ, ਤਕਰੀਬਨ ਹਰ ਉਹ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ, ਪਰੰਤੂ ਵਿਸ਼ੇਸ਼ ਤੌਰ 'ਤੇ ਜਿਹੜਾ ਇੱਥੇ ਮਾਘੀ ਦਾ ਮੇਲਾ, ਮਾਘੀ ਦਾ ਜੋੜ ਮੇਲਾ ਬਹੁਤ ਭਾਰੀ ਲੱਗਦਾ। ਪਹਿਲੇ ਦਿਨ ਮਾਘੀ ਵਾਲੇ ਦਿਨ ਨਹਾਉਣ ਹੁੰਦਾ, ਉਹ ਦਿਨ ਸਾਰਿਆਂ ਹੀ ਲੇਡੀਜ਼ ਲਈ, ਜਾਣੀ ਬੰਦਿਆਂ
ਤੇ ਲੇਡੀਜ਼ ਦੇ ਲਈ ਜਿਹੜਾ ਮੈਂਸ ਦੇ ਲਈ ਉਹ ਇਕੱਠਾ ਹੁੰਦਾ। ਉਸ ਤੋਂ ਬਾਅਦ ਫਿਰ 2 ਦਿਨ ਦਾ ਜਿਹੜਾ ਮੇਲਾ ਉਹ ਇਕੱਲਿਆਂ ਮੁੰਡਿਆਂ ਦਾ ਲੱਗਦਾ। ਅਖੀਰਲਾ ਦਿਨ ਆ ਜਿਹੜਾ ਉਹ ਇਕੱਲਾ ਲੇਡੀਜ਼ ਦੇ ਲਈ ਹੁੰਦਾ। ਇਸ ਤਰ੍ਹਾਂ ਇਹ ਜਿਹੜੀ ਮਰਿਆਦਾ ਸ਼ੁਰੂ ਤੋਂ ਬਣੀ ਵੀ ਹੈ, ਹੁਣ ਵੀ ਉਹ ਕਿੰਨੇ ਹੀ ਸਾਲ ਬੀਤਣ ਤੋਂ ਬਾਅਦ ਜਿਹੜੀ ਉਹ ਚੱਲੀ ਆ ਰਹੀ ਆ। ਉਸੇ ਮਰਿਆਦਾ ਨੂੰ ਕਾਇਮ ਰੱਖਿਆ ਇਸ ਪਿੰਡ ਦੇ ਸਾਡੇ ਪਿੰਡ ਦੇ ਵਸਨੀਕਾਂ ਨੇ, ਪਿੰਡ ਦੀਆਂ ਨੌਜਵਾਨ ਕਲੱਬਾਂ ਨੇ, ਔਰ ਹਮੇਸ਼ਾ ਹੀ ਇੱਥੇ ਸਹਿਯੋਗ ਦਿੱਤਾ NRI ਵੀਰਾਂ ਨੇ। ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਅਸੀਂ ਜ਼ਰੂਰ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ, ਕਿਉਂਕਿ ਕਿਸੇ ਵੀ ਪਿੰਡ ਨੂੰ ਸਾਂਝੇ ਕੰਮਾਂ ਨੂੰ ਜਿਹੜਾ ਉੱਪਰ ਚੁੱਕਣ ਦੇ ਲਈ NRI ਵੀਰਾਂ ਦੀ ਵੀ ਬਹੁਤ ਜਿਹੜੀ ਇਹਦੇ ਵਿੱਚ ਮਦਦ ਹੁੰਦੀ ਹੈ। ਹੁਣ ਆਪਾਂ ਇਸ ਤੋਂ ਬਾਅਦ ਅਗਲੇ ਗੁਰੂ ਘਰ ਦੇ ਜਿਹੜੇ ਤੀਸਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਦੇ ਵਿੱਚ ਬਣੇ ਹੋਏ ਗੁਰੂ ਘਰ ਉਸ ਬਾਰੇ ਜ਼ਿਕਰ ਕਰਾਂਗੇ। ਸੰਗਤ ਜੀ, ਹੁਣ ਆਪਾਂ ਵੱਧ ਰਹੇ ਹਾਂ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਉਸੇ ਗੁਰੂ ਘਰ ਵੱਲ। ਇੱਥੋਂ ਜਾਂਦੇ ਹੋਏ ਸਾਡੇ ਖੱਬੇ ਹੱਥ ਲੰਗਰ ਹਾਲ ਹੈ। ਇਹਦੇ ਨਾਲ ਹੀ ਸੱਜੇ ਹੱਥ ਲੇਡੀ ਦੇ ਲਈ, ਬੁੜੀਆਂ ਦੇ ਨਹਾਉਣ ਲਈ ਜਿਹੜਾ ਪੌਣਾ ਉਹਨੂੰ ਕਵਰ ਕੀਤਾ ਗਿਆ ਹੈ। ਥੋੜ੍ਹਾ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਲੰਗਰ ਹਾਲ ਦੇ ਨਾਲ ਨਾਲ ਸਿੱਖੀ ਦੀ ਨਿਸ਼ਾਨੀ ਕਮ ਸੇ ਕਮ 100 ਫੁੱਟ ਉੱਚਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਤੁਹਾਡੇ ਸਾਹਮਣੇ ਇਹ ਚੂਰ ਰਿਹਾ ਹੈ। ਇਸ ਨੂੰ ਬਣਾਉਣ ਵਾਲੇ ਦਾ ਜ਼ਿਕਰ ਪੱਥਰ ਲਾ ਕੇ ਇਸ ਦੇ ਉੱਪਰ ਜਿਹੜਾ ਉਹ ਕੀਤਾ ਗਿਆ ਹੈ। ਇਹ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਦੇ ਨਾਲ ਹੀ ਅੱਗੇ ਉਸ ਬਿਲਡਿੰਗ ਦਾ ਤੁਹਾਨੂੰ ਜ਼ਿਕਰ ਕਰਾਵਾਂਗੇ, ਦਿਖਾਵਾਂਗੇ ਕਿ ਗੁਰੂ ਸਾਹਿਬ ਦੀ ਯਾਦ ਦੇ ਵਿੱਚ 10ਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਦੇ ਵਿੱਚ ਬਣੀ ਹੋਈ ਬਿਲਡਿੰਗ ਦੇ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਹਮਣੇ ਜੋ ਹੁਣ ਤੁਹਾਨੂੰ ਬਿਲਡਿੰਗ ਜੋ ਗੁਰੂ ਘਰ ਦਿਖਾਇਆ ਜਾ ਰਿਹਾ ਹੈ, ਜਿਸ ਗੁਰੂ ਸਾਹਿਬਾਨ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਬਣਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੁਸੀਂ ਸਰੂਪ ਦੇ ਸਨਮੁਖ ਦਰਸ਼ਨ ਕਰ ਰਹੇ ਹੋ। ਆਓ ਅੱਗੇ ਇਸ ਦੇ ਅੰਦਰ ਪਾਤਸ਼ਾਹੀ 10ਵੀਂ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਉਸਾਰਿਆ ਗਿਆ ਹੈ, ਉਹ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਂਦੇ ਆ। ਤੁਹਾਡੇ ਸਾਹਮਣੇ ਉਹ ਜਗ੍ਹਾ ਪਾਤਸ਼ਾਹੀ 10ਵੀਂ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੁੰਦੇ ਹਨ। ਇਸ ਦੇ ਨਾਲ ਹੀ ਕਈ ਗੱਲਾਂ ਜੋ ਸਮੇਂ-ਸਮੇਂ 'ਤੇ ਸਾਨੂੰ ਆਗਾਹ ਕਰਦੀਆਂ ਨੇ। ਲਿਖਿਆ ਗਿਆ ਕਿ ਅਰਦਾਸ ਹੋਣ ਸਮੇਂ, ਹੁਕਮਨਾਮਾ ਲੈਣ ਸਮੇਂ ਸਮੂਹ ਸੰਗਤ ਜਿਹੜਾ ਉਹ ਚੁੱਪ ਦਾ ਦਾਨ ਬਖਸ਼ੇ। ਮੋਬਾਈਲ ਫੋਨ ਆ ਜਿਹੜੇ ਆਪਣੇ ਉਹ ਉਹਨਾਂ ਨੂੰ ਬੰਦ ਰੱਖੇ। ਇਤਿਹਾਸ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਜੀ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ, ਲੰਬੇ ਜੱਟਪੁਰਾ ਅਤੇ ਚੱਕਰ ਆਦਿ ਸਥਾਨਾਂ ਤੋਂ ਹੁੰਦੇ ਇਸ ਸਥਾਨ 'ਤੇ ਪੁੱਜੇ। ਗਿਆਨੀ ਗਿਆਨ ਸਿੰਘ ਜੀ ਅਨੁਸਾਰ ਜਦੋਂ ਗੁਰੂ ਜੀ ਇੱਥੇ ਪੁੱਜੇ ਤਾਂ ਉਹਨਾਂ ਨੂੰ ਪਿਆਸ ਬਹੁਤ ਲੱਗੀ ਸੀ। ਉਹਨਾਂ ਨੇ ਘੋੜੀ ਦੀ ਸੁੰਮ ਮਾਰ ਕੇ ਪਾਣੀ ਕੱਢਿਆ ਅਤੇ ਸਰੋਵਰ ਪ੍ਰਗਟ ਕੀਤਾ। ਇਸ ਸਰੋਵਰ ਵਿੱਚ ਗੁਰੂ ਜੀ ਨੇ ਸਣੇ ਘੋੜੇ ਇਸ਼ਨਾਨ ਕੀਤਾ ਅਤੇ ਨਾਲ ਹੀ ਸਿੰਘਾਂ ਨੂੰ ਸਮੇਤ ਜਲ ਸਕਿਆ। ਇੱਥੋਂ ਵਧੇਕ ਕੇ ਹੁੰਦੇ ਹੋਏ ਦੀਨਾ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਜ਼ਫ਼ਰਨਾਮਾ ਲਿਖਿਆ। ਅੱਜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਦਰਸਾਉਂਦਾ ਸੁੰਦਰ ਦਰਬਾਰ ਬਣਿਆ ਹੋਇਆ ਹੈ। ਸਿੱਖ ਪੰਥ ਦੇ ਉੱਘੇ ਜਰਨੈਲ ਸਰਦਾਰ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕਰਨ ਤੋਂ ਬਾਅਦ ਇੱਥੇ ਇੱਕ ਖੂਹ ਲਵਾਇਆ ਸੀ। ਇਸ ਦੇ ਨਾਲ ਹੀ ਸਾਹਮਣੇ ਜੋ ਕਿ ਹੁਕਮਨਾਮਾ, ਉਹ ਅੱਜ ਦਾ ਹੁਕਮਨਾਮਾ ਜਿਹੜਾ ਅੰਗ ਨੰਬਰ 631 ਤਾਂ 632 ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ
ਲਿਖਿਆ ਗਿਆ ਸਰੋਵਤ ਹੈ। ਸੋਟ ਮਹੱਲਾ 9ਵੇਂ ਦੇ ਵਿੱਚ ਇਸ ਦਾ ਜਿਹੜਾ ਮਹੱਲਾ 9ਵੇਂ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਮਾਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਰਹਾਓ ਮੁਕਤ ਪੰਥ ਜਾਣਿਓ, ਤੇ ਨਾਹਨ ਧਨ ਜੋੜ ਨਕੋਤਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਗੁਰੂ ਸਾਹਿਬਾਨ ਨੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹੀ 9ਵੀਂ ਦਾ ਜੋ ਦੱਸਿਆ ਗਿਆ ਹੈ ਕਿ ਤੁਸੀਂ ਭਾਈ ਇੱਥੇ ਨਾਮ ਅਤੇ ਸ਼ਬਦ ਲੈਣ ਲਈ ਆਏ ਹੋ, ਪਰੰਤੂ ਮਾਇਆ ਅਤੇ ਮੋਹ ਦੇ ਜਾਲ ਵਿੱਚ ਫਸ ਕੇ ਆਪਦੀ ਜ਼ਿੰਦਗੀ ਦਾ ਸਾਰਥਿਕ ਸਮਾਂ ਜਿਹੜਾ ਤੁਸੀਂ ਉਹ ਵਿਅਰਥੀ ਗਵਾ ਲਿਆ ਹੈ। ਮਹਾਨ ਤਪਸਵੀ ਭੋਲੇ ਬਾਲੇ ਮਹਾਰਾਜ ਜੀ ਦਾ ਜ਼ਿਕਰ ਵੀ ਰਹਿੰਦੀ ਦੁਨੀਆ ਤੱਕ ਰਹੂਗਾ। ਆਓ ਅੱਜ ਪਿੰਡ ਦੇ ਇਤਿਹਾਸ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਵੀ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਹਾਂ, ਕਿਉਂਕਿ ਇੱਥੋਂ ਦੇ ਬਹੁਤ ਸਾਰੇ ਲੋਕਾਂ ਦਾ, ਬਹੁਤ ਸਾਰੇ ਸ਼ਰਧਾਲੂ ਆ ਜਿਹੜੇ ਮਹਾਨ ਤਪਸਵੀ ਭੋਲੇ ਬਾਲੇ ਮਹਾਰਾਜ ਜੀ ਦੇ ਸੰਤਾਂ ਦੇ ਨਾਲ ਨੇ। ਇਸ ਤੋਂ ਅੱਗੇ ਸੰਤ ਆਸ਼ਰਮ ਨਾਨਕਸਰ ਤਖਤੂਪੁਰਾ ਸਾਹਿਬ। ਜੇਕਰ ਤਖਤੂਪੁਰੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਲੋਪੋ ਵਾਲੇ ਸੰਤਾਂ ਦੇ ਜ਼ਿਕਰ ਕੀਤੇ ਬਿਨਾਂ ਵੀ ਇਤਿਹਾਸ ਅਧੂਰਾ ਹੀ ਸਮਝਿਆ ਜਾਂਦਾ, ਕਿਉਂਕਿ ਲੋਪੋ ਵਾਲੇ ਸੰਤਾਂ ਨੇ ਹੀ ਬਹੁਤ ਸਾਰੇ ਜਿਹੜੇ ਇੱਥੇ ਗੁਰੂ ਘਰ ਆ
ਵਸੋਏ ਹੋਏ ਨੇ ਉਹਨਾਂ ਦੀਆਂ ਬਿਲਡਿੰਗਾਂ ਨੂੰ, ਉਹਨਾਂ ਦੀਆਂ ਜੋ ਗੁਰੂ ਘਰਾਂ ਦੀਆਂ ਸਾਹਮਣੇ ਇਮਾਰਤਾਂ ਨੂੰ ਆਪਣੇ ਸਹਿਯੋਗ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਤਿਮ ਛੋਹ ਦੇ ਕੇ ਉਹਨਾਂ ਨੂੰ ਬਣਾਇਆ ਸੀ। ਅੱਜ ਸੰਤ ਆਸਰਮ ਲੋਪੋਵਾਲਾ ਡੇਰਾ ਅਤੇ ਲੰਗਰ ਨੇ ਜਿਹੜੇ ਇੱਥੇ ਵੀ ਦੁਨੀਆ ਭਰ ਦੇ ਪਿੰਡ ਜਦੋਂ ਵੀ ਮਾਘੀ ਦਾ ਮੇਲਾ ਲੱਗਦਾ ਅਤੇ ਲੋਕ ਲੰਗਰ ਛਕਦੇ ਨੇ। ਮੈਨੂੰ ਲੱਗਦਾ ਕਿ ਜੋ ਸਵਾਦ ਅਤੇ ਜੋ ਪੌਸ਼ਟਿਕਤਾ ਇਹਨਾਂ ਲੰਗਰਾਂ ਦੀ ਹੈ, ਕਿਉਂਕਿ ਬਚਪਨ ਦੇ ਵਿੱਚੋਂ ਹੀ ਵੇਖਦੇ ਆਉਂਦੇ ਹਾਂ ਕਿ ਮੇਲੇ ਦੇ ਦਿਨਾਂ ਦੇ ਵਿੱਚ ਬਹੁਤ ਭਾਰੀ ਇਕੱਠ ਨੂੰ ਸਾਂਭਣ ਦੇ ਲਈ, ਕਈ ਹਜ਼ਾਰਾਂ ਲੱਖਾਂ ਲੋਕਾਂ ਨੂੰ ਭੋਜਨ ਪਹੁੰਚਾਉਣ ਦੇ ਲਈ ਇਸ ਸੰਤ ਆਸਰਮ ਲੋਪੋਵਾਲਾ ਜਿਹੜਾ ਡੇਰਾ ਲਾਹੌਰਾ ਰੋਡ ਦੇ ਉੱਪਰ ਆ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਕਈ ਦਿਨ ਜਿਹੜੇ ਇੱਥੇ ਸ਼ਰਧਾਲੂ ਆ ਕੇ ਸੇਵਾ ਕਰਦੇ ਹਨ ਅਤੇ ਹਰ ਰੋਜ਼ ਹਜ਼ਾਰਾਂ ਲੱਖਾਂ ਜਿਹੜੇ ਮੇਲਾ ਵੇਖਣ ਵਾਲੇ ਲੋਕ ਜਾਂ ਇੱਥੇ ਮੱਥਾ ਟੇਕਣ ਵਾਲੇ ਜਿਹੜੇ ਸ਼ਰਧਾਲੂ ਆ ਕੇ ਜਿੰਨੀ ਦੇਰ ਵਿਸ਼ੇਸ਼ ਤੌਰ 'ਤੇ ਇੱਥੋਂ ਦੀ ਗਾਜਰਾਂ ਦੀ ਬਣੀ ਹੋਈ ਦਾਲ ਸਬਜ਼ੀ ਜਿਹੜੀ ਗੁਰੂ ਘਰ ਦਾ ਲੰਗਰ ਅਤੇ ਪ੍ਰਸ਼ਾਦ ਦੁਨੀਆ ਦੇ ਵਿੱਚ ਜਿਹੜਾ ਹੋਰ ਉਹੋ ਜਿਹਾ ਸਵਾਦ ਜਿਹੜਾ ਕਿਤੇ ਵੀ ਸਾਨੂੰ ਨਹੀਂ ਮਿਲਦਾ। ਇਹ ਉਹ ਲੰਗਰ ਨੇ ਜਿੱਥੇ ਹਜ਼ਾਰਾਂ ਲੱਖਾਂ ਲੋਕ ਮੇਲਾ ਮਾਘੀ ਦੇ ਸਮੇਂ ਆ ਕੇ ਭੋਜਨ ਕਰਦੇ ਨੇ, ਲੰਗਰ ਛਕਦੇ ਨੇ। ਇਹਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜਾਣਾ ਜ਼ਰੂਰੀ ਸੀ। ਇਸ ਲਈ ਆਪ ਸਭ ਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਿਖਾਈਆਂ ਗਈਆਂ ਨੇ, ਕਿਉਂਕਿ ਇਸ ਤੋਂ ਬਿਨਾਂ ਇਸ ਤਖਤੂਪੁਰਾ ਦੀ ਜਿਹੜੀ ਇੱਕ ਯਾਤਰਾ ਹੈ ਜਾਂ ਤਖਤੂਪੁਰਾ ਦਾ ਇਤਿਹਾਸ ਹੈ ਉਹ ਵੀ ਅਧੂਰਾ ਹੀ ਸਮਝਿਆ ਜਾਣਾ ਸੀ। ਇਸ ਲਈ ਵਿਸ਼ੇਸ਼ ਤੌਰ 'ਤੇ ਇਹ ਜ਼ਿਕਰ ਔਰ ਤੁਹਾਡੇ ਸਾਹਮਣੇ ਪੂਰੀ ਵੀਡੀਓ ਜਿਹੜੀ ਉਹ ਵਿਖਾਈ ਗਈ ਹੈ ਕਿ ਇਸ ਤੋਂ ਬਾਅਦ ਆਪਾਂ ਅੱਗੇ ਆਓ ਚੱਲਦੇ ਹਾਂ ਡੇਰਾ ਬਾਬਾ ਨਾਥ ਜੋਗੀ ਪਰਥਰੀ। ਜੋਗੀ ਪਰਥਰੀ ਦਾ ਜ਼ਿਕਰ ਪੰਜਾਬ ਦੇ ਵਿੱਚ ਸ਼ਾਇਦ ਹੋਰ ਕਿਤੇ ਨਹੀਂ ਮਿਲਦਾ, ਜਿਹਦਾ ਵਿਸ਼ੇਸ਼ ਤੌਰ 'ਤੇ ਅਸੀਂ ਤਖਤੂਪੁਰਾ ਦੇ ਵਿੱਚ ਹੀ ਇੱਕ ਬਾਬਾ ਜਿਹੜਾ ਮੰਦਰ ਹੈ, ਇਹਨਾਂ ਦਾ ਇੱਕ ਡੇਰਾ ਹੈ ਉਹ ਬਣਿਆ ਹੋਇਆ ਹੈ। ਸੁਭਾਵਿਕ ਤੌਰ 'ਤੇ ਗੁਰੂ ਸਾਹਿਬ ਦੇ ਨਾਲ, ਗੁਰੂ ਨਾਨਕ ਦੇਵ ਜੀ ਨਾਲ ਜਿਹੜੀ ਇਹਨਾਂ ਦੀ ਗੋਸ਼ਟੀ ਵੀ ਨਾਥਾਂ ਜੋਗੀਆਂ ਦੀ ਹੋਈ ਸੀ। ਇਹਦੀ ਵੀਡੀਓ ਇੱਕ ਵੱਖਰੀ ਕਿਤੇ ਫੇਰ ਬਣਾਵਾਂਗੇ, ਕਿਉਂਕਿ ਜਿਹੜਾ ਜੋਗੀ ਭਰਥਰੀ ਹੋਇਆ ਇੱਕ ਰਾਜੇ ਤੋਂ, ਉਜੈਨ ਦੇ ਰਾਜੇ ਤੋਂ ਜੋਗੀ ਬਣਨਾ ਕਈ ਪ੍ਰਚਲਿਤ ਧਾਰਨਾਵਾਂ ਨੇ। ਅੱਜ ਸਮਾਂ ਥੋੜ੍ਹਾ ਹੋਣ ਦਾ ਕਰਕੇ ਜਿਹੜਾ ਉਹਨਾਂ ਜ਼ਿਕਰ ਨਹੀਂ ਕਰ ਸਕਾਂਗੇ, ਕਿਉਂਕਿ 360 ਰਾਣੀਆਂ ਛੱਡ ਕੇ ਯੋਗ ਮਤ ਨੂੰ ਆਉਣਾ ਬਹੁਤ ਵੱਡੀ ਗੱਲ ਹੈ। ਆਪਦੇ ਰਾਜ ਭਾਗ ਨੂੰ ਛੱਡਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਅੱਜ ਕੱਲ੍ਹ ਤਾਂ ਕੋਈ ਮਿਲੀ ਹੋਈ ਚਪੜਾਸੀ ਦੀ ਕੁਰਸੀ ਨਹੀਂ ਛੱਡਦਾ। ਇਸ ਲਈ ਯੋਗ ਤਪੱਸਿਆ ਦੇ ਜ਼ਰੀਏ ਆਪਦੇ ਆਪ ਨੂੰ ਤਿਆਗ ਦੇ ਰਸਤੇ ਦੇ ਉੱਪਰ ਪਾਉਣਾ, ਇਹ ਕੋਈ ਜੋਗੀ ਭਰਥਰੀ ਤੋਂ ਸਿੱਖੇ। ਇਹਨਾਂ ਨੇ ਬਹੁਤ ਚੰਗੇ ਗ੍ਰੰਥ ਵੀ ਲਿਖੇ ਆ, 3 ਗ੍ਰੰਥ ਇਹਨਾਂ ਦੇ ਬਹੁਤ ਮਹਾਨ ਆ। ਉਸ ਦੇ ਉੱਪਰ ਵਿਸ਼ੇਸ਼ ਤੌਰ 'ਤੇ ਉਹ ਤਿੰਨੇ ਹੀ ਗ੍ਰੰਥ ਤੁਹਾਨੂੰ ਕਿੱਥੋਂ ਮਿਲਣਗੇ, ਕਿਵੇਂ ਪੜ੍ਹਨਯੋਗ ਆ ਉਹ ਵੀ ਦੱਸਾਂਗੇ। ਅੱਜ ਸਿਰਫ ਇੰਨਾ ਹੀ ਕਿ ਇਹ ਜਿਹੜਾ ਤੁਹਾਡੇ ਸਾਹਮਣੇ ਅਸੀਂ ਡੇਰਾ ਦਿਖਾ ਰਹੇ ਹਾਂ, ਇਹ ਬਾਬਾ ਨਾਥ ਜੋਗੀ ਭਰਥਰੀ ਜੀ ਦਾ। ਸਾਹਮਣੇ ਇੱਕ ਤਲਾਈ ਬਣੀ ਹੋਈ ਹੈ ਜਿਹਦਾ ਨਾਂ ਚੰਦ ਸੂਰਜ ਹੈ। ਇਹ ਪੁਰਾਣੀ ਇਮਾਰਤ, 2 ਨਿਸ਼ਾਨ ਸਾਹਿਬ ਜਿਹੜੇ ਛੋਟੇ ਇੱਥੇ ਲੱਗੇ ਹੋਏ ਨੇ। ਬਾਬਾ ਭਰਥਰੀ ਦਾ ਪਹਿਲਾਂ ਜਿਹੜਾ ਪੁਰਾਣਾ ਇਤਿਹਾਸ, ਪੁਰਾਣੀ ਜਗ੍ਹਾ ਇਹ ਪਿਛਲੀ ਤੁਹਾਨੂੰ ਦਿਖਾ ਰਹੇ ਹਾਂ। ਤਲਾਈ ਭਰਥਰੀ ਹੈ ਜਿਹੜੀ ਲਿਖੀ ਵੀ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਆ ਜਿਹੜਾ ਤੁਹਾਡੇ ਨਾਲ ਅਸੀਂ ਇੱਥੇ ਕਰ ਰਹੇ ਹਾਂ। ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਇੱਕ ਪਿੰਡ ਦੇ ਪੂਰੇ ਇਤਿਹਾਸ ਨੂੰ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਕਵਰ ਕਰਨ ਦੀ, ਕਿਉਂਕਿ ਕਿਸੇ ਵੀ ਇਤਿਹਾਸ ਨੂੰ, ਕਿਸੇ ਵੀ ਪਿੰਡ ਨੂੰ ਸਾਹਮਣਾ ਜਿਹੜਾ ਇੰਨਾ ਸੌਖਾ ਕੰਮ ਨਹੀਂ ਹੁੰਦਾ। ਇਹਦੇ ਵਿੱਚ ਕਿੰਨੇ ਕਾਮਯਾਬ ਹੋਏ ਆ ਇਹ ਤੁਸੀਂ ਦੱਸਣਾ। ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ, ਇਸ ਸਾਡੇ ਵੱਲੋਂ ਕੀਤੀ ਮਿਹਨਤ ਨੂੰ ਹਰ ਇੱਕ ਤਖਤੂਪੁਰੇ ਦੇ ਵਸਿੰਦੇ ਕੋਲ ਪਹੁੰਚਾਇਆ ਜਾਵੇ, ਭੇਜਿਆ ਜਾਵੇ, ਤਾਂ ਕਿ ਇਸ ਇਤਿਹਾਸ ਨੂੰ ਸਾਂਭਣਯੋਗ ਬਣਾ ਕੇ ਆਉਣ ਵਾਲੀਆਂ ਸਦੀਆਂ ਤੱਕ ਸਾਂਭਿਆ ਜਾ ਸਕੇ। ਸਾਹਮਣੇ ਇੱਕ ਚੰਦ ਸੂਰਜ ਨਾਂ ਦੀ ਜਿਹੜੀ ਤਲਾਈ ਹੈ, ਜਿਹਦੇ ਵਿੱਚ ਨਹਾਉਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਕਸ਼ਟ ਹੈ, ਕਿਸੇ ਨੂੰ ਕੋਈ ਮਾਂਕ ਆ, ਕਿਸੇ ਦੇ ਕੋਈ ਵੀ ਜਿਹੜੀ ਫਿਜ਼ੀਕਲ ਪ੍ਰੋਬਲਮ ਆ, ਕੋਈ ਚਮੜੀ ਸਕਿਨ ਦੇ ਨਾਲ ਆ, ਇੱਥੇ ਨਹਾਉਣ ਤੋਂ ਬਾਅਦ ਜਿਹੜੀ ਉਹ ਦੂਰ ਹੋ ਜਾਂਦੀ ਹੈ। ਇਸ ਲਈ ਸ਼ਰਧਾਲੂ ਜਿਹੜੇ ਇੱਥੇ ਆ ਕੇ ਇਹਦੇ 5 ਇਸ਼ਨਾਨ ਸ਼ਨੀਵਾਰ ਜਾਂ ਐਤਵਾਰ ਕਰਦੇ ਆ। ਨਾਲ ਇੱਕ ਬੌਕਰ ਅਤੇ ਨਾਲ ਦੀ ਨਾਲ ਹੀ ਨੂਣ ਆ ਜਿਹੜਾ ਉਹ ਇੱਥੇ ਚੜਾਇਆ ਜਾਂਦਾ।
ਮੌਕਿਆਂ ਦੇ ਲਈ ਜਾਂ ਸਰੀਰ ਦੀਆਂ ਹੋਰ ਸਕਿਨ ਪ੍ਰੋਬਲਮ ਦੇ ਲਈ, ਚਮੜੀ ਰੋਗਾਂ ਦੇ ਲਈ ਇੱਥੇ ਵਰਦਾਨ ਹੈ ਕਿ ਇੱਥੇ ਨਹਾਉਣ ਵਾਲਾ ਹਰ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋ ਕੇ ਹੀ ਇੱਥੋਂ ਜਾਂਦਾ ਹੈ। ਇਹ ਵੀ ਜੁਗਾਂ ਜੁਗਾਂਤਰਾਂ ਤੋਂ ਜਿਹੜੀ ਧਾਰਨਾ ਚੱਲਦੀ ਆ ਰਹੀ ਹੈ। ਇਸ ਤੋਂ ਬਾਅਦ ਦਰਸ਼ਕੋ ਕੁਟੀਆ ਸੰਤ ਹਰੀਦਾਸ ਲੰਬੇ ਸੰਤ, ਇਹ ਤੁਹਾਡੇ ਸਾਹਮਣੇ ਇਸ ਵੀਡੀਓ ਨੂੰ ਲੈ ਕੇ ਆ ਰਹੇ ਹਾਂ। ਤਪਸਥਾਨ ਸੰਤ ਬਾਬਾ ਹਰੀਦਾਸ ਜੀ, ਇਹਨਾਂ ਦਾ ਵੀ ਇਸ ਪਿੰਡ ਦੇ ਉੱਪਰ ਬਹੁਤ ਜ਼ਿਆਦਾ ਕਿਰਪਾ ਹੈ, ਆਸ਼ੀਰਵਾਦ ਹੈ ਕਿ ਸਾਉਣ ਦੇ ਹਰ ਮਹੀਨੇ ਜਿਹੜਾ ਇਹਨਾਂ ਦੀ ਵਰਸੀ ਬੜੇ ਧੂਮਧਾਮ ਦੇ ਨਾਲ ਕਮੇਟੀ ਵੱਲੋਂ ਮਨਾਈ ਜਾਂਦੀ ਹੈ। ਨਾਲ ਇਹਨਾਂ ਦੇ ਚੇਲੇ ਸੰਤ ਉਦੇ ਪ੍ਰਕਾਸ਼, ਇਹਨਾਂ ਨੇ ਵੀ ਜ਼ਿੰਦਗੀ ਦੇ ਵਿੱਚ ਬਹੁਤ ਕਾਰਨਾਮਾ ਕਰਕੇ, ਬੜੀ ਤਪੱਸਿਆ ਕਰਕੇ ਇਹਨਾਂ ਸੰਤਾਂ ਦੇ ਨਾਲ ਸਹਿਯੋਗ ਦਿੱਤਾ ਸੀ। ਆਹ ਤੁਹਾਡੇ ਸਾਹਮਣੇ ਇੱਥੇ ਬੱਚੇ ਜਿਹੜੇ ਗੱਤਕਾ ਪਾਰਟੀ ਹੈ
ਉਹ ਆ ਕੇ ਮਿਹਨਤ ਕਰਦੇ ਆ। ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਸ਼ਿਵ ਇੱਛਾਪੂਰਨ ਸ਼ਿਵ ਮੰਦਰ ਤਖਤੂਪੁਰਾ। ਇੱਛਾਪੂਰਨ ਸ਼ਿਵ ਮੰਦਰ ਤਖਤੂਪੁਰਾ ਵੀ ਬਹੁਤ ਹੀ ਵਿਲੱਖਣ ਇਮਾਰਤ ਅਤੇ ਵੇਖਣਯੋਗ ਹੈ, ਕਿਉਂਕਿ ਇਸ ਮੰਦਰ ਨੂੰ ਬਣਾਉਣ ਦੇ ਲਈ ਬਹੁਤ ਸਾਰੇ ਜਿਹੜੇ ਦਾਨੀ ਸੱਜਣ NRI ਹੈ ਜਾਂ ਇਸ ਪਿੰਡ ਦੇ ਨਾਲ ਜੁੜੇ ਹੋਏ ਜਿਹੜੇ ਇਸ ਕਮੇਟੀ ਮੈਂਬਰ ਨੇ, ਉਹਨਾਂ ਦਾ ਬਹੁਤ ਯੋਗਦਾਨ ਆ। ਇਸ ਤਰ੍ਹਾਂ ਦਾ ਮੰਦਰ ਸ਼ਾਇਦ ਹੀ ਕਿਤੇ ਨੇੜੇ ਤੇੜੇ ਤੁਹਾਨੂੰ ਵੇਖਣ ਨੂੰ ਮਿਲੇਗਾ, ਜਿਸ ਦੇ ਵਿੱਚ ਸੰਪੂਰਨ ਤੌਰ 'ਤੇ ਹਰ ਧਰਮ ਦੇ ਨਾਲ ਸੰਬੰਧਿਤ ਜਿਹੜੀ ਇੱਕ ਮੂਰਤੀ ਸਥਾਪਿਤ ਕੀਤੀ ਗਈ ਹੈ। ਅਜਿਹਾ ਮੰਦਰ, ਅਜਿਹੀ ਵਿਲੱਖਣ ਬਿਲਡਿੰਗ, ਅਜਿਹੇ ਵਿਲੱਖਣ ਨਜ਼ਾਰੇ ਹੋਰ ਕਿਸੇ ਪਿੰਡ ਦੇ ਵਿੱਚ ਨਹੀਂ ਮਿਲਣੇ। ਇੱਛਾਪੂਰਨ ਸ਼ਿਵ ਮੰਦਰ ਤਖਤੂਪੁਰਾ, ਜਿਹਦਾ ਸਰੂਪ ਤੁਹਾਡੇ ਸਾਹਮਣੇ, ਜਿਹਦੀ ਬਿਲਡਿੰਗ ਤੁਹਾਡੇ ਸਾਹਮਣੇ ਆ, ਜਿਹਦਾ ਜ਼ਿਕਰ ਅਸੀਂ ਕਰ ਰਹੇ ਹਾਂ, ਇਹ ਉਹ ਮੰਦਰ ਆ ਜਿੱਥੇ ਤੁਸੀਂ ਕੋਈ ਵੀ ਇੱਛਾ ਦੇ ਅਨੁਸਾਰ ਸ਼ਿਵਜੀ ਭੋਲੇਨਾਥ ਦੇ 5 ਸੋਮਵਾਰ ਆ ਕੇ ਜਲ ਚੜਾਓ ਅਤੇ ਮੰਗੋ। ਸਾਹਮਣੇ ਹਨੂੰਮਾਨ ਜੀ ਦਾ ਸਰੂਪ ਤੁਹਾਡੇ ਸਾਹਮਣੇ ਜ਼ਿਕਰ ਹੋ ਰਿਹਾ ਹੈ। ਇਹ ਇੱਛਾਪੂਰਨ ਸ਼ਿਵ ਮੰਦਰ ਤੁਹਾਡੇ ਸਾਹਮਣੇ ਤੁਹਾਨੂੰ ਵਿਖਾ ਰਹੇ ਹਾਂ। ਇੱਛਾਪੂਰਨ ਸ਼ਿਵ ਮੰਦਰ ਦੀ ਕਮੇਟੀ ਹੈ, ਜਿਹਦੇ ਵੱਲੋਂ ਸਮੇਂ ਸਮੇਂ 'ਤੇ ਸਤਪਾਲ ਜੈਨ ਔਰ ਇਹਦੇ ਨਾਲ ਨਾਲ ਹੋਰ ਸਹਿਯੋਗੀ ਨੇ, ਸੂਬੇਦਾਰ ਇੰਦਰਜੀਤ ਸਿੰਘ ਕੁੰਦੀ ਔਰ ਹੋਰ ਵੀ ਸਾਰੇ ਕਮੇਟੀ ਮੈਂਬਰ ਨੇ, ਜਿਨ੍ਹਾਂ ਦਾ ਜ਼ਿਕਰ ਜਿਹੜਾ ਇਸ ਵੀਡੀਓ ਦੇ ਵਿੱਚ, ਜਿਵੇਂ ਕਿ ਜਸਪਤ ਰਾਏ ਹੈ ਅਤੇ ਸ੍ਰੀ ਸੁਖਦੇਵ ਰਾਜ ਸ਼ਰਮਾ ਜੀ ਹੈ, ਜਾਣੀ ਸਤਪਾਲ ਜੀ ਨੇ, ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮੰਦਰ ਅੱਜ ਏਰੀਏ ਦੇ ਵਿੱਚ ਬਹੁਤ ਚੰਗੀ ਜਿਹੜੇ ਇਹਦੇ ਨਾਲ ਜੁੜੇ ਹੋਏ ਭਗਤ ਆ, ਉਹਨਾਂ ਨੂੰ ਅਧਿਆਤਮ ਬਾਣੀ ਦੇ ਨਾਲ ਨਿਹਾਲੋ ਨਿਹਾਲ ਕਰਦਾ ਇੱਛਾਪੂਰਨ ਸ਼ਿਵ ਮੰਦਰ। ਇਹ ਪੰਡਤ ਜੀ ਨੇ ਇੱਥੇ, ਜਿਨ੍ਹਾਂ ਦੀ ਡਿਊਟੀ ਹੈ ਸੁਬਾਹ ਸ਼ਾਮ ਮੰਦਰ ਦੀ ਇਹ ਸੇਵਾ ਕਰਦੇ ਨੇ। ਇਹਦੇ ਨਾਲ ਨਾਲ ਹੀ ਮੰਦਰ ਦੇ ਵਾਲਮੀਕ ਧਰਮਸ਼ਾਲਾ ਤਖਤੂਪੁਰਾ, ਇਹਦੇ ਵਿੱਚ ਇਸ ਧਰਮਸ਼ਾਲਾ ਦੇ ਨਾਲ ਜੁੜੇ ਹੋਏ ਇਸ ਏਰੀਏ ਦੇ ਜਿਹੜੇ ਲੋਕ ਨੇ, ਉਹਨਾਂ ਦਾ ਵੀ ਬਹੁਤ ਮੰਦਰ ਦੇ ਪ੍ਰਤੀ ਵੀ ਯੋਗਦਾਨ ਰਹਿੰਦਾ। ਰੂਪਾ ਟੇਲਰ ਆ, ਮਹੰਤ, ਹੋਰ ਵੀ ਜਾਣੀ ਜਿਹੜੀਆਂ ਵੀ ਸੰਗਤਾਂ ਨੇ, ਉਹ ਮੰਦਰ ਦੇ ਨਾਲ ਨਾਲ ਇਸ ਧਰਮਸ਼ਾਲਾ ਦੇ ਨਾਲ ਵੀ ਜਿਹੜੀਆਂ ਜੁੜੀਆਂ ਨੇ। ਉਸ ਧਰਮਸ਼ਾਲਾ ਦੀ ਬਿਲਡਿੰਗ ਦਾ ਵਿਸ਼ੇਸ਼ ਸਹਿਯੋਗ ਸੰਗਤਾਂ ਦੇ ਨਾਲ ਨਾਲ ਜਿਹੜਾ ਕਿ ਹੈਗਾ ਸਮੇਂ ਸਮੇਂ 'ਤੇ ਮੰਦਰ ਕਮੇਟੀ ਦੇ ਨਾਲ ਸੰਬੰਧਿਤ ਪਾਇਆ ਜਾਂਦਾ। ਇੱਥੇ ਲੰਗਰ ਵਗੈਰਾ ਜਿਹੜਾ ਹਮੇਸ਼ਾ ਲਾਇਆ ਜਾਂਦਾ ਹੈ। ਹੁਣ ਤੁਹਾਡੇ ਸਾਹਮਣੇ ਇੱਥੇ ਭਗਵਾਨ ਵਾਲਮੀਕ ਜੀ, ਜਿਨ੍ਹਾਂ ਦੀ ਦੁਨੀਆ ਨੂੰ ਬਹੁਤ ਵੱਡੀ ਦੇਣ ਆ, ਜਿਨ੍ਹਾਂ ਨੇ ਅਜਿਹੇ ਗ੍ਰੰਥ ਦੁਨੀਆ ਦੇ ਵਿੱਚ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ। ਤ੍ਰਿਕਾਲਦਸ਼ਟੀ ਸਮੇਂ ਤੋਂ ਪਹਿਲਾਂ ਦੱਸਣ ਵਾਲੇ ਭਗਵਾਨ ਵਾਲਮੀਕ, ਜਿਨ੍ਹਾਂ ਦਾ ਸਰੂਪ ਤੁਹਾਡੇ ਸਾਹਮਣੇ ਅਸੀਂ ਵਿਖਾ ਰਹੇ ਹਾਂ। ਧੰਨ ਧੰਨ ਭਗਵਾਨ ਵਾਲਮੀਕ ਜੀ, ਸਾਂਝੀਵਾਲਤਾ ਦੇ ਪ੍ਰਤੀਕ, ਜਿਨ੍ਹਾਂ ਨੇ ਰਮਾਇਣ ਵਰਗੇ। ਇਹਦੇ ਨਾਲ ਹੀ ਭਗਤ ਰਵਿਦਾਸ ਮਹਾਰਾਜ ਧਰਮਸ਼ਾਲਾ, ਭਗਤ ਰਵਿਦਾਸ ਮਹਾਰਾਜ ਧਰਮਸ਼ਾਲਾ ਜਿਹੜੀ ਹੈਗੀ ਆ, ਉਹ ਪਿੰਡ ਦੇ ਤਕਰੀਬਨ ਜਦੋਂ ਆਪਾਂ ਤਲਵੰਡੀ ਵਾਲੀ ਸੜਕ ਜਾਂਦੇ ਹਾਂ ਅੱਗੇ ਵੀ ਉੱਥੇ ਸਥਿਤ ਆ। ਆ ਤੁਹਾਡੇ ਸਾਹਮਣੇ ਨਿੱਕਾ ਫਲਾ ਅਤੇ ਬਾਬਾ ਰਾਮ ਦੀ ਛੱਟੀ। ਜੇਕਰ ਕਿਸੇ ਪਿੰਡ ਦੇ ਵਿੱਚ ਫਲਿਆਂ ਦਾ ਜ਼ਿਕਰ ਨਾ ਕਰੀਏ ਤਾਂ ਉਹ ਪਿੰਡ ਵੀ ਅਧੂਰਾ ਰਹਿ ਜਾਂਦਾ। ਬਚਪਨ ਦੇ ਵਿੱਚ ਇੱਥੇ ਖੇਡੇ ਹਾਂ, ਬਹੁਤ ਸਾਰੇ ਅੰਨਰ ਵੀਰ ਵੀ ਜਿਹੜੇ ਇੱਥੋਂ ਖੇਡ ਕੇ ਗਏ ਹੋਣਗੇ। ਸਾਹਮਣੇ ਬਾਬਾ ਬਾਲਕ ਨਾਥ ਦੀ ਯਾਦ ਦੇ ਵਿੱਚ ਜਿਹੜਾ ਬਾਈ ਮਹਿਲਾ ਸੀ, ਉਹਨਾਂ ਦੇ ਪਰਿਵਾਰ ਵੱਲੋਂ ਹਮੇਸ਼ਾ ਜਿਹੜੀ ਇੱਥੇ ਜੋਤ ਉਹ ਜਗਾਈ ਜਾਂਦੀ ਹੈ ਨਿਰਵਿਘਨ ਤੌਰ 'ਤੇ। ਅੱਜ ਸਾਡਾ ਪਰਿਵਾਰਖਾਨਾ ਬਾਬਾ ਬਾਲਕ ਦਾਸ ਦਾ ਡੇਰਾ, ਜੋ ਕਿਤੇ ਐਜੂਕੇਸ਼ਨ ਦਾ ਹੱਬ ਹੁੰਦਾ ਸੀ, ਜਿੱਥੇ ਕਿਸੇ ਸਮੇਂ ਜਿਵੇਂ ਅੱਜ ਅਸੀਂ ਵੱਡੇ ਵੱਡੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਹਾਂ, ਉਸੇ ਤਰ੍ਹਾਂ ਇੱਥੇ ਇੱਕ ਐਜੂਕੇਸ਼ਨ ਸੀ, ਮੁੱਢਲੀ ਸਿੱਖਿਆ ਇਸ ਡੇਰੇ ਦੇ ਵਿੱਚ ਦਿੱਤੀ ਜਾਂਦੀ ਸੀ। ਉਹ ਚਾਹੇ ਅਧਿਆਤਮਵਾਦ ਦੀ ਸੀ, ਚਾਹੇ ਉਹ ਤੁਹਾਡੀ ਦੁਨਿਆਵੀ ਸੀ, ਉਹ ਇੱਥੇ ਸਿੱਖਿਆ ਦਿੱਤੀ ਜਾਂਦੀ ਸੀ। ਅੱਜ ਵੀ ਇੱਥੇ ਸਾਡਾ ਸਾਹਮਣੇ ਬਾਬਾ ਜੀ, ਬਾਬਾ ਰਾਮ ਦੀ ਛੱਟੀ,
ਮੈਨੂੰ ਲੱਗਦਾ ਕਿ ਤਖਤੂਪੁਰੇ ਦਾ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਾਬੇ ਰਾਮ ਨੂੰ ਵੀ ਜਾਣਦਾ ਹੋਊਗਾ ਅਤੇ ਬਾਬੇ ਰਾਮ ਦੀ ਹੱਟੀ ਨੂੰ ਵੀ ਜਾਣਦਾ ਹੋਊਗਾ, ਕਿਉਂਕਿ ਇਸ ਦੇ ਨਾਲ ਹੀ ਵੱਡਾ ਫਲਾ ਅਤੇ ਪੁਰਾਣੇ ਬੋਹੜ ਆਹ ਸਾਹਮਣੇ ਜਿਹੜੇ ਬੈਠੇ ਹੋਏ ਸਾਡੇ ਬਜ਼ੁਰਗ ਧਰੋਰ ਨੇ, ਸਾਡੇ ਪੰਜਾਬ ਦਾ ਦੋਵੇਂ ਪਿਆਰਾ ਸਿੰਘ ਬੈਠੇ ਨੇ, ਹੋਰ ਸਿੱਖਾਂ ਦਾ ਪਰਿਵਾਰ ਆ, ਬਾਈ ਜੀ ਹੁਣੀ ਬੈਠੇ ਨੇ। ਮਤਲਬ ਇਸ ਫਲੇ ਦੇ ਵਿੱਚ, ਇਸ ਬੋਹੜਾਂ ਥੱਲੇ ਖੇਡ ਕੇ ਵੀ ਮੈਨੂੰ ਲੱਗਦਾ ਤਖਤੂਪੁਰੇ ਤੋਂ ਦੁਨੀਆ ਦੇ ਹਰ ਦੇਸ਼ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਆ ਉਹ ਜਾ ਕੇ ਵਸੇ ਨੇ ਅਤੇ ਉਹ ਵੱਡੇ ਵੱਡੇ ਜਿਹੜੀਆਂ ਅਹੁਦਿਆਂ ਦੇ ਉੱਪਰ ਪਹੁੰਚੇ ਨੇ। ਇਹਦੇ ਨਾਲ ਦਿਆਉਣਾ ਵਾਲਾ ਪਾਸਾ, ਇਹਦਾ ਵੀ ਵਿਸ਼ੇਸ਼ ਜ਼ਿਕਰ ਬਣਦਾ। ਸਮਾਂ ਥੋੜ੍ਹਾ ਅਤੇ ਵੀਡੀਓ ਲੰਬੀ ਹੋਣ ਦੇ ਕਾਰਨ ਬਹੁਤਾ ਨਹੀਂ ਕਰ ਸਕਦੇ, ਪਰੰਤੂ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਪਿੰਡ ਦਾ ਕੋਈ ਵੀ ਜਿਹੜਾ ਗੁਰੂ ਨਾਨਕ ਬੱਸ ਜਿਹੜੀ ਦਿਆਉਣਾ ਵਾਲੇ ਪਾਸੇ ਅੱਡੇ 'ਤੇ ਆਈ ਹੈ ਉਹਦਾ ਵੀ ਜ਼ਿਕਰ ਕਰ ਰਹੇ ਹਾਂ। ਇਹਦੇ ਨਾਲ ਹੀ ਤੁਹਾਨੂੰ ਵਿਖਾਵਾਂਗੇ ਕਿ ਦਿਆਉਣਾ ਵਾਲੇ ਪਾਸੇ ਦਾ ਬੱਸ ਸਟੈਂਡ, ਇਹਦੇ ਪਿਛਲੇ ਪਾਸੇ ਛੱਪੜ ਆ ਜਿਹੜਾ ਹੁਣ ਦੀ ਪੰਚਾਇਤ ਵੱਲੋਂ ਅਤੇ ਸਰਕਾਰ ਵੱਲੋਂ ਬਣਾਇਆ ਗਿਆ। ਸ਼ਹੀਦ ਸਾਧੂ ਸਿੰਘ ਮਾਸਟਰ ਯਾਦਗਾਰੀ ਜਿਹੜੀ ਬਿਲਡਿੰਗ ਆ ਉਹ ਤੁਹਾਡੇ ਸਾਹਮਣੇ ਦਰਸ਼ਨ ਕਰ ਰਹੇ ਹਾਂ ਕਿ ਸ਼ਹੀਦ ਸਾਧੂ ਸਿੰਘ ਮਾਸਟਰ ਜਿਹੜਾ ਯਾਦਗਾਰੀ ਬਿਲਡਿੰਗ ਆ, ਯਾਦਗਾਰੀ ਇੱਕ ਸਰੂਪ ਆ, ਜੋਤ ਆ ਇੱਥੇ ਬਣਾਈ ਗਈ ਹੈ, ਇੱਕ ਲਾਟ ਬਣਾਈ ਗਈ ਹੈ, ਕਿਉਂਕਿ ਸਾਧੂ ਸਿੰਘ ਮਾਸਟਰ ਨੇ ਵੀ ਤਾਂ ਆਪਦੇ ਨਿੱਜ ਤੋਂ ਉੱਪਰ ਉੱਠ ਕੇ ਗਰੀਬਾਂ ਲਤਾੜਿਆਂ ਅਤੇ ਉਹਨਾਂ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਲੋਕਾਂ ਵਿੱਚ ਜਾ ਕੇ, ਲੋਪੋਕੇ ਵਿੱਚ ਜਾ ਕੇ ਜਿਹੜੇ ਉੱਥੋਂ ਦੇ ਕਾਬਜ਼ਦਾਰ ਸੀਗੇ, ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਸੀ, ਜਦੋਂ ਉਹਨਾਂ ਤੋਂ ਛੁਡਾਉਣ ਦੀ ਗੱਲ ਕੀਤੀ ਗਈ ਤਾਂ ਉਹਨਾਂ ਦਾ ਜਿਹੜਾ ਸੰਘਰਸ਼, ਜਿਹੜੀ ਇੱਕ ਲੜਾਈ ਲੜੀ ਸੀ, ਭਾਵੇਂ ਕਿ ਇਸ ਲੜਾਈ ਦੇ ਵਿੱਚ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਸ਼ਹੀਦੀ ਦੇ ਗਏ ਸੀ, ਪਰੰਤੂ ਹੁਣ ਦੇ ਸਮੇਂ ਦੇ ਵਿੱਚ ਜਦੋਂ ਲੋਕ ਚੀਚੀ ਨੂੰ ਚੀਰਾ ਦਿਵਾਉਣਾ ਵੀ ਮਜ਼ਾਕ ਨਹੀਂ ਸਮਝਦੇ, ਕਿਸੇ ਲਈ ਲੜਨਾ ਦੂਰ ਦੀ ਗੱਲ ਹੈ। ਹੁਣ ਤਾਂ ਲੋਕ ਵੱਟਾਂ ਪਿੱਛੇ ਜਿਹੜੀਆਂ ਲੜਾਈਆਂ ਕਰੀ ਜਾਂਦੇ ਆ, ਵੱਟਾਂ 'ਤੇ ਪਏ ਘਾਹ ਜਿਹੜੇ, ਜੇ ਕਿਸੇ ਗੁਆਂਢੀ ਨੂੰ ਦੇਖੀਏ ਨਾ ਕਿਸੇ ਨੇ ਘਾਹ ਵੱਢ ਕੇ ਰੱਖਤਾ ਹੋਵੇ ਤਾਂ ਉਹ ਨਹੀਂ ਜਰਦੇ, ਅਤੇ ਉਸ ਸਮੇਂ ਲੋਕਾਂ ਦੀਆਂ ਪੈਲੀਆਂ ਦੇ ਲਈ ਲੜਨ ਵਾਲੇ ਸ਼ਹੀਦ ਸਾਧੂ ਸਿੰਘ ਮਾਸਟਰ ਯਾਦਗਾਰੀ ਜਿਹੜਾ ਸਾਹਮਣੇ ਇੱਕ ਲਾਟ ਆ, ਜਿਵੇਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਿਹੜੀ ਬਣਾਈ ਗਈ ਹੈ, ਉਹਨਾਂ ਦੀ ਯਾਦ ਦੇ ਵਿੱਚ ਇਹ ਸਾਹਮਣੇ ਬਹੁਤ ਹੀ ਸ਼ਾਨਦਾਰ ਜਿਹੜੀ ਚੀਜ਼ ਰਹਿੰਦੀ ਦੁਨੀਆ ਤੱਕ ਰਹੂਗੀ, ਔਰ ਇਹ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੂਗੀ ਕਿ ਅੱਜ ਵੀ ਦੁਨੀਆ ਦੇ ਵਿੱਚ ਅਜਿਹੇ ਲੋਕ ਹੈਗੇ ਨੇ ਜੋ ਦੂਜਿਆਂ ਦੇ ਹੱਕਾਂ ਦੇ ਲਈ ਆਪਦੀ ਜ਼ਿੰਦਗੀ ਦੇ ਸੁੱਖ ਚੈਨ ਸਭ ਕੁਝ ਨਿਛਾਵਰ ਜਿਹੜੇ ਉਹ ਕਰ ਦਿੰਦੇ ਨੇ। ਆਹ ਤੁਹਾਡੇ ਸਾਹਮਣੇ ਅਸੀਂ ਵਿਖਾ ਰਹੇ ਹਾਂ ਸ਼ਹੀਦ ਸਾਧੂ ਸਿੰਘ ਮਾਸਟਰ ਯਾਦਗਾਰੀ। ਇਹਨਾਂ ਦੀ ਯਾਦ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਹਰ ਸਾਲ ਬਹੁਤ ਹੀ ਵੱਡਾ ਇੱਕ ਮੇਲਾ ਜਿਹੜਾ ਸਾਹਮਣੇ ਗੁਰੂ ਸਾਹਿਬਾਨ ਦੇ ਜਿਹੜੀ ਪੈਲੀ ਆ, ਜਿੱਥੇ ਪਹਿਲਾਂ ਦਾਣਾ ਮੰਡੀ ਹੁੰਦੀ ਸੀ, ਹੁਣ ਤਾਂ ਬਾਹਰ ਜਾਵੜੀ, ਉੱਥੇ ਬਹੁਤ ਜ਼ਬਰਦਸਤ ਇੱਕ ਇਹਨਾਂ ਦੀ ਯਾਦ ਵਿੱਚ ਮੇਲਾ ਕਰਵਾਇਆ ਜਾਂਦਾ। ਵੱਖੋ ਵੱਖਰੇ ਜਿਹੜੇ ਸਮੇਂ 'ਤੇ ਮੰਡਲੀਆਂ ਆ ਕੇ ਇੱਥੇ ਨਾਟਕ ਵਗੈਰਾ ਅਤੇ ਤਕਰੀਰਾਂ ਕਰਦੇ ਆ, ਯਾਦਾਸ਼ਤ ਨੂੰ ਜਿਉਂਦਾ ਰੱਖਣ ਦੇ ਲਈ, ਜਿਹੜੀ ਉਹ ਇਹਨਾਂ ਸ਼ਹੀਦਾਂ ਨੂੰ ਦੀਆਂ ਸੋਚਾਂ ਨੂੰ ਯਾਦਾਂ ਨੂੰ ਤਾਜ਼ਾ ਰੱਖਣ ਦੇ ਲਈ ਸਮੇਂ ਸਮੇਂ 'ਤੇ ਜਿਹੜੀ ਉਹ ਇਹਨਾਂ ਵੱਲੋਂ ਕੀਤੀ ਗਈ ਲੜਾਈ ਨੂੰ ਯਾਦ ਰੱਖਦੇ ਨੇ, ਅਤੇ ਹੋਰਾਂ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਕੀਤੀ ਗਈ ਘਾਲਣਾ ਉਹਨੂੰ ਪੇਸ਼ਕਾਰੀ ਕਰਕੇ ਲੋਕਾਂ ਦੇ ਸਨਮੁਖ ਕਰਦੇ ਨੇ। ਇਹਦੇ ਨਾਲ ਹੀ ਹੁਣ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਰਕ ਤੁਹਾਨੂੰ ਜਿਹੜਾ ਵਿਖਾ ਰਹੇ ਹਾਂ, ਇਹ ਵੀ ਵੱਡੇ ਫਲੇ ਦੇ ਵਿੱਚ ਆ। ਕਿਸੇ ਸਮੇਂ ਇੱਥੇ ਜਿਹੜਾ ਇੱਕ ਛੱਪੜ ਰੂਪੀ ਜਿਹੜਾ ਹੁੰਦਾ ਟੋਭਾ ਹੁੰਦਾ ਸੀ, ਪਰੰਤੂ ਉਸ ਸਮੇਂ ਸਰਪੰਚ ਸੁਖਦੇਵ ਸਿੰਘ ਧਾਲੀਵਾਲ ਨੇ ਜਿਹੜਾ ਹੈਗਾ ਇਹਨੂੰ ਸਿੱਟ ਕਰਕੇ ਜਿਹੜਾ ਇੱਥੇ ਇੱਕ ਬਹੁਤ ਹੀ ਸੁੰਦਰ ਪਾਰਕ ਬਣਾਇਆ। ਆ ਸਾਡੇ ਪਿੰਡ ਦੇ ਬੱਚੇ ਵਸਿੰਦੇ ਨੇ। ਸਾਹਮਣੇ ਸਾਡੇ ਪਿੰਡ ਦੇ ਸਭ ਤੋਂ ਪੁਰਾਣੇ ਬੋਹੜ ਜੋ ਸਾਡਾ ਧਰੋਹਰ ਹੈ, ਜਿਹੜੇ ਦੱਸਦੇ ਨੇ ਕਿ ਇਸ ਬੋਹੜ ਦੀ ਜਿਹੜੀ ਉਮਰ ਆ ਉਹ ਕਈ ਸਦੀਆਂ ਤੱਕ ਹੁੰਦੀ ਆ। ਸਾਡੇ ਵੱਡੇ ਵਡੇਰੇ ਵੀ ਇਹਨਾਂ ਬੋਹੜਾਂ ਥੱਲੋਂ ਖੇਡ ਕੇ ਜਿਹੜੇ ਇਸ ਦੁਨੀਆ ਤੋਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਾਡੇ ਬੱਚੇ ਅਸੀਂ ਇਹਨਾਂ ਬੋਹੜਾਂ ਦੇ ਥੱਲੇ ਖੇਡੇ ਹਾਂ। ਹਰ ਇੱਕ ਤਖਤੂਪੁਰੇ ਦਾ ਵਸਿੰਦਾ ਮੈਨੂੰ ਲੱਗਦਾ ਇਹਨਾਂ ਬੋਹੜਾਂ ਥੱਲੋਂ ਦੀ ਲੰਘਿਆ ਹੋਊ, ਭਾਵੇਂ ਉਹ ਅੱਜ ਅਮਰੀਕਾ, ਜਰਮਨੀ, ਕੈਨੇਡਾ, ਫਰਾਂਸ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ, ਉਹ ਵੱਡੇ ਫਲੇ ਨੂੰ ਜ਼ਰੂਰ ਹੀ ਯਾਦ ਕਰਦਾ ਹੋਊ। ਮੈਨੂੰ ਲੱਗਦਾ ਉਹ ਵੱਡੇ ਫਲੇ ਨੂੰ ਕਦੇ ਵੀ ਰਹਿੰਦੀ ਜ਼ਿੰਦਗੀ ਤੱਕ ਨਹੀਂ ਭੁੱਲ ਸਕਦਾ। ਹਜੇ ਵੀ ਪ੍ਰਮਾਤਮਾ ਕਰੇ ਕਿ ਹਰਿਆਲੀ
ਇਹ ਪਿੰਡਾਂ ਦੇ ਜਿਹੜੇ ਬਰੋਟੇ ਨੇ, ਪਿੰਡਾਂ ਦੇ ਧਰੋਰ ਨੇ, ਪਿੰਡਾਂ ਦੇ ਬਜ਼ੁਰਗ ਨੇ, ਇਸੇ ਤਰ੍ਹਾਂ ਹੀ ਹਰੇ ਭਰੇ ਰਹਿਣ, ਖੁਸ਼ੀਆਂ ਦੇ ਖੇੜੇ ਬਣਦੇ ਰਹਿਣ। ਨਾਰੀ ਵੀਰ ਅਤੇ ਪਿੰਡਾਂ ਵਿੱਚ ਵਸਦੇ ਲੋਕ ਵੀ ਹਮੇਸ਼ਾ ਹੀ ਖੁਸ਼ ਰਹਿਣ। ਤੁਹਾਡੇ ਸਾਹਮਣੇ ਜਿਹੜਾ ਹੁਣ ਵੱਡੀ ਸੱਥ ਦਾ ਜ਼ਿਕਰ ਕੀਤਾ। ਆਹ ਸਾਹਮਣੇ ਵਾਟਰ ਕੂਲਰ ਆ, ਸਿੱਖਾਂ ਗਿਆ ਵੱਲੋਂ ਜਿਹੜੀ ਹੈਗੀ ਆ ਇਹਨਾਂ ਦੀ ਸੇਵਾ ਕੀਤੀ ਗਈ ਹੈ। ਸਿੱਖ ਪਰਿਵਾਰ ਵੱਲੋਂ ਗੁਰਸੇਵ ਸਿੰਘ ਦੇ ਵੱਡੇ ਵਡੇਰਿਆਂ ਵੱਲੋਂ ਇਹਦੀ ਸੇਵਾ ਕੀਤੀ ਗਈ ਇਸ ਵਾਟਰ ਕੂਲਰ ਦੀ। ਆਹ ਸਾਹਮਣੇ ਲੱਗੇ ਹੋਏ ਬੈਂਚ ਨੇ, ਸੰਤ ਬਾਬਾ ਹਰੀਦਾਸ ਜੀ ਦਾ ਉੱਪਰ ਇਹਨਾਂ ਦੇ ਉੱਪਰ ਜ਼ਿਕਰ ਕੀਤਾ ਗਿਆ ਹੈ। ਇਹ ਜੀ ਸਾਡਾ ਵੱਡਾ ਫੜਾ, ਉਹਦੇ ਅੰਦਰ ਪਏ ਹੋਏ ਬੈਂਚ ਜਿੱਥੇ ਬੈਠ ਕੇ ਸਾਡੇ ਬਜ਼ੁਰਗ ਜਾਂ ਬਾਬੇ ਜਾਂ ਨੌਜਵਾਨ ਮਿਡਲ ਸਕੂਲ ਤਖਤੂਪੁਰਾ, ਬਹੁਤ ਸਾਰੇ ਲੋਕ ਇਸ ਸਕੂਲ 'ਚੋਂ ਪੜ੍ਹ ਕੇ ਵੱਡੀਆਂ ਅਹੁਦਿਆਂ 'ਤੇ ਪਹੁੰਚੇ ਨੇ, ਉਹ ਤੁਹਾਨੂੰ ਦਿਖਾ ਰਹੇ ਹਾਂ। ਇਹ ਹੈ ਜੀ ਮਿਡਲ ਸਕੂਲ ਪ੍ਰਾਇਮਰੀ ਸਕੂਲ। ਇਹਦੀਆਂ ਬਿਲਡਿੰਗਾਂ ਵੀ ਜਿਹੜੀਆਂ ਉਹ ਵੇਖਣਯੋਗ ਨੇ, ਕਿਉਂਕਿ ਮੈਨੂੰ ਲੱਗਦਾ ਕਿ ਜ਼ਿੰਦਗੀ ਦੀ ਮੁੱਢਲੀ ਪਾਠਸ਼ਾਲਾ ਜਿਹੜੀ ਉਹ ਇਹੀ ਸਕੂਲ ਹੁੰਦੇ ਜਿੱਥੋਂ ਉੱਠ ਕੇ ਅਸੀਂ ਅੱਗੇ ਜਾ ਕੇ ਤਰੱਕੀਆਂ ਕਰਦੇ ਹਾਂ। ਇਹ ਸਾਹਮਣੇ 6ਵੇਂ ਪਾਤਸ਼ਾਹੀ ਯਾਦ ਦੇ ਵਿੱਚ ਬਣਿਆ ਹੋਇਆ ਗੇਟ ਆ, ਜਿਹੜਾ ਕਿ ਲਹਾੜਾ ਸੜਕ ਦੇ ਉੱਪਰ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਗੇਟ ਬਣਿਆ ਵਾ। ਸੰਤ ਅਵਤਾਰ ਸਿੰਘ ਧੂਰਕੋਟ ਵਾਲਿਆਂ ਨੇ ਆਪਦੇ ਕਾਰਕੁਨਾਂ ਨਾਲ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਅੰਤਿਮ ਰੂਪ ਜਿਹੜਾ ਉਹ ਦਿੱਤਾ ਸੀ। ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਜਿਹੜਾ ਬੋਰਡ ਤੁਹਾਡੇ ਸਾਹਮਣੇ ਹੈ, ਤਖਤੂਪੁਰਾ ਮੋਗਾ। ਇਹਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਬੱਚੇ ਪੜ੍ਹ ਕੇ ਵੱਡੀਆਂ ਵੱਡੀਆਂ ਉੱਚਾ ਰੁਤਬਿਆਂ 'ਤੇ ਗਏ ਨੇ, ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਗਏ ਨੇ। ਇਹ ਤਖਤੂਪੁਰਾ ਗੁਰੂ ਨਾਨਕ ਸਕੂਲ ਦਾ ਸਟੇਡੀਅਮ ਆ। ਮਾਸਟਰ ਸੁਖਚੈਨ ਸਿੰਘ ਢਿੱਲੋਂ ਦਾ ਵਿਸ਼ੇਸ਼ ਯੋਗਦਾਨ ਵੀ ਇੱਥੇ, ਬਲਜਿੰਦਰ ਸਿੰਘ ਮਾਸਟਰ ਜੀ ਸਵਰਗਵਾਸੀ ਨੇ, ਗਿਆਨੀ ਮਾਸਟਰ ਲਹਾਰਾ ਤੋਂ, ਸੀ ਸੂਬੇਦਾਰ ਬਲਵਿੰਦਰ ਸਿੰਘ ਤਖਤੂਪੁਰਾ, ਇਹਨਾਂ ਦਾ ਵੀ ਜੇਕਰ ਨਾ ਕੀਤਾ ਜਾਵੇ ਤਾਂ ਪਿੰਡ ਦਾ ਜਿਹੜਾ ਇਤਿਹਾਸਕ ਪਿਛੋਕੜ ਆ ਉਹ ਪੂਰਾ ਨਹੀਂ ਉਤਰਦਾ। 5 ਸਿੱਖ ਰੈਜੀਮੈਂਟ ਦੇ ਸੀਗੇ। ਸੀ ਸੂਬੇਦਾਰ ਬਲਵਿੰਦਰ ਸਿੰਘ ਧਾਲੀਵਾਲ ਮਿਤੀ 14/8/2003 ਨੂੰ ਬਰਮਾਲਾ ਸੈਕਟਰ ਦੇ ਵਿੱਚ ਜਿਹੜਾ ਕਿ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀ। ਅੱਜ ਕੱਲ੍ਹ ਇਹਨਾਂ ਦਾ ਬੇਟਾ ਇੱਕ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਆ, ਜਗਦੇਵ ਸਿੰਘ। ਸ਼ਹੀਦ ਬਲਵਿੰਦਰ ਸਿੰਘ ਤਖਤੂਪੁਰਾ ਲਈ ਜਿਹੜੇ ਸ਼ਹੀਦ ਹੁੰਦੇ ਆ ਹਮੇਸ਼ਾ ਹੋਈ ਕਿਸੇ ਵੀ ਪਿੰਡ ਕੌਮ ਦਾ ਜਿਹੜਾ ਸਰਮਾਇਆ ਹੁੰਦੇ ਆ। ਇਸ ਲਈ ਸਾਨੂੰ ਹਮੇਸ਼ਾ ਹੀ ਸੀ ਸੂਬੇਦਾਰ ਬਲਵਿੰਦਰ ਸਿੰਘ ਤਖਤੂਪੁਰਾ ਦੀ ਸ਼ਹੀਦੀ ਦੇ ਉੱਪਰ ਮਾਣ ਰਹੂਗਾ। ਔਰ ਅਸੀਂ ਜਦੋਂ ਵੀ ਕਿਤੇ ਲੰਘਾਂਗੇ ਜਾਂ ਸਾਡੇ ਲੋਕ ਜਦੋਂ ਵੀ ਕਿਤੇ ਇੱਥੋਂ ਦੀ ਜਾਣਗੇ ਤਾਂ ਮੈਂ ਸਮਝਦਾ ਕਿ ਸ਼ਹੀਦ ਤਾਂ ਵੈਸੇ ਹੀ ਦਿਲਾਂ ਦੇ ਵਿੱਚ ਵਸਦੇ ਨੇ, ਪਰ ਇਹਨਾਂ ਦੇ ਸਰੂਪ ਨੂੰ ਸਿੱਧਾ ਕਰਨਗੇ, ਕਿਉਂਕਿ ਆਪਣੀ ਮਿੱਟੀ ਦੇ ਲਈ ਮਰ ਮਿਟਣ ਦਾ ਜਿਹੜਾ ਜਜ਼ਬਾ ਜਾਂ ਮਿੱਟੀ ਦੇ ਲਈ ਸ਼ਹੀਦੀ ਕਰਨੀ ਹਰ ਕਿਸੇ ਦੇ ਵੱਸ ਦਾ ਗੱਲ ਨਹੀਂ ਹੈਗੀ, ਅਤੇ ਹਰ ਕਿਸੇ ਦੇ ਕਰਮਾਂ ਦੇ ਵਿੱਚ ਵੀ ਦੇਸ਼ ਦੇ ਲਈ ਸ਼ਹੀਦ ਹੋਣਾ ਨਹੀਂ ਆਉਂਦਾ। ਇਹ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਬਹੁਤ ਵੱਡੇ ਜਿਹੜੇ ਹੈਗੇ ਉਪਰਾਲੇ ਨੇ। ਉਸ ਤੋਂ ਬਾਅਦ ਸ਼ਹੀਦ ਸੂਬੇਦਾਰ ਬਲਵਿੰਦਰ ਸਿੰਘ ਦੇ ਸਾਹਮਣੇ ਇਸ ਤੋਂ ਬਾਅਦ ਮਸ਼ੀਹਤ ਪਿੰਡ ਤਖਤੂਪੁਰਾ
ਮਸੀਤ ਪਿੰਡ ਤਖਤੂਪੁਰਾ। ਜੇਕਰ ਮਸੀਤ ਦਾ ਜ਼ਿਕਰ ਵੀ ਨਾ ਕਰੀਏ ਤਾਂ ਮੈਂ ਸਮਝਦਾ ਕਿ ਸਮੁੱਚੀ ਜਿਹੜੀ ਕਾਇਨਾਤ ਆ, ਜਾਂ ਜਿਹੜਾ ਇੱਕ ਸਾਡਾ ਇਹ ਕਹਿ ਦਈਏ ਸਾਰੀਆਂ ਕੌਮਾਂ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਉਹ ਮਤਲਬ ਇੱਕ ਅਧੂਰੀਆਂ ਰਹਿ ਜਾਂਦੀਆਂ ਨੇ। ਇਹਦਾ ਵੀ ਇੱਕ ਵਿਸ਼ੇਸ਼ ਜ਼ਿਕਰ ਹੋਣਾ ਚਾਹੀਦਾ। ਹਰ ਪਿੰਡ ਦੇ ਵਿੱਚ ਹਰ ਧਰਮ ਨੂੰ ਮੰਨਣ ਦੇ ਲਈ ਹਰ ਇੱਕ ਜਿਹੜੀ ਉਹ ਧਾਰਮਿਕ ਜਗ੍ਹਾ ਹੋਣੀ ਚਾਹੀਦੀ ਹੈ, ਕਿਉਂਕਿ ਧਰਮ ਆ ਜਿਹੜਾ ਉਹ ਕਿਸੇ ਨੂੰ ਵੀ ਤੋੜਦਾ ਨਹੀਂ, ਜੋੜਦਾ ਹੈ। ਅਤੇ ਹਰ ਇੱਕ ਨੂੰ ਇਹ ਆਜ਼ਾਦੀ ਹੋਵੇ ਕਿ ਉਹ ਆਪਦੇ ਧਰਮ ਨੂੰ ਬਿਨਾਂ ਕਿਸੇ ਡਰ, ਬਿਨਾਂ ਕਿਸੇ ਭੈ ਤੋਂ ਜਿਹੜਾ ਮੰਨ ਸਕੇ। ਤੁਹਾਡੇ ਸਾਹਮਣੇ ਅਸੀਂ ਮਸੀਤ ਦਿਖਾਈ ਆ। ਇਹ ਮਸੀਤ ਨੂੰ ਜਿਨ੍ਹਾਂ ਦਾਨੀ ਸੱਜਣਾਂ ਨੇ ਬਣਾਇਆ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਵੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇੱਥੇ ਬਕਾਇਦਾ ਤੌਰ 'ਤੇ ਇੱਕ ਮੌਲਵੀ ਰਹਿੰਦੇ ਆ, ਅਤੇ ਪੰਜੇ ਟਾਈਮ ਜਿਹੜੀਆਂ ਇੱਥੇ ਜਿਹੜੀ ਨਮਾਜ਼ ਜ਼ਰੂਰ ਇਹਨਾਂ ਵੱਲੋਂ, ਇਹ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਅਦਾ ਕੀਤੀ ਜਾਂਦੀ ਹੈ। ਇਹ ਮਸੀਤ ਵੀ ਸਾਡੇ ਪਿੰਡ ਦਾ ਇੱਕ ਦੁਰਲੱਭ ਜਿਹੜਾ ਇੱਕ ਖਜ਼ਾਨਾ ਹੈ, ਇੱਕ ਬਿਲਡਿੰਗ ਆ। ਇਹਦੇ ਨਾਲ ਹੀ ਇਸੇ ਹੀ ਵਿਹੜੇ ਦੀ ਜਿਹੜੀ ਹੈਗੀ ਹੈ ਇੱਕ ਧਰਮਸ਼ਾਲਾ, ਜਿਹੜੀ ਤੁਹਾਨੂੰ ਦਿਖਾ ਰਹੇ ਹਾਂ। ਇਹਨੂੰ ਵੀ ਵਿਸ਼ੇਸ਼ ਤੌਰ 'ਤੇ ਮਹੱਤਵ ਦੇਵਾਂਗੇ, ਕਿਉਂਕਿ ਪਿੰਡ ਦੀਆਂ ਸਾਂਝੀਆਂ ਥਾਵਾਂ ਤੋਂ ਬਿਨਾਂ ਕੋਈ ਵੀ ਪਿੰਡ ਜਿਹੜਾ ਉਹ ਸਾਂਝਾ ਨਹੀਂ ਹੁੰਦਾ, ਉਹਦੇ ਲੋਕ ਜਿਹੜੇ ਉਹ ਸਾਂਝੇ ਨਹੀਂ ਹੁੰਦੇ। ਸਾਰੀਆਂ ਧਰਮਸ਼ਾਲਾਵਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਕੱਠਾ ਕਰਕੇ ਜਿਹੜਾ ਇਸ ਨੂੰ ਵਿਖਾਉਣ ਦੀ। ਤੁਹਾਡੇ ਸਾਹਮਣੇ ਤੂਤਾਂ ਵਾਲੀ ਧਰਮਸ਼ਾਲਾ, ਇਹਦਾ ਵੀ ਵਿਸ਼ੇਸ਼ ਜ਼ਿਕਰ ਕਰਨਾ ਬਣਦਾ, ਕਿਉਂਕਿ ਇਹ ਧਰਮਸ਼ਾਲਾ ਵੀ ਜਿਹੜੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਦੇਖੋ, ਅਸੀਂ ਵੀ ਬਚਪਨ ਤੋਂ ਤੂਤਾਂ ਵਾਲੀ ਧਰਮਸ਼ਾਲਾ, ਸਾਡੇ ਬਜ਼ੁਰਗ ਵੀ, ਪਿਤਾ ਜੀ ਵੀ ਸੁਣਦੇ ਆਏ, ਅਤੇ ਅੱਜ ਵੀ ਇਸ ਏਰੀਏ ਨੇ ਇੱਥੇ ਤੂਤ ਲਾ ਕੇ ਇਸ ਨਿਸ਼ਾਨੀ ਨੂੰ, ਇਸ ਯਾਦ ਨੂੰ ਪੁਖਤਾ ਰੱਖਿਆ ਹੋਇਆ ਕਿ ਵਾਕਈ ਇਹ ਜਿਹੜੀ ਧਰਮਸ਼ਾਲਾ ਤੂਤਾਂ ਵਾਲੀ ਧਰਮਸ਼ਾਲਾ ਦੇ ਨਾਂ ਦੇ ਨਾਲ ਹੀ ਜਿਹੜੀ ਜਾਣੀ ਜਾਂਦੀ ਹੈ। ਅਤੇ ਅੱਜ ਵੀ ਤੂਤ ਜਿਹੜੇ ਉੱਥੇ ਲੱਗੇ ਹੋਏ ਨੇ। ਕੋਸ਼ਿਸ਼ ਇਹੀ ਹੈ ਇਸ ਏਰੀਏ ਦੇ ਲੋਕਾਂ ਦੀ, ਨੌਜਵਾਨਾਂ ਦੀ ਹੋਣੀ ਚਾਹੀਦੀ ਹੈ ਕਿ ਇਸ ਧਰਮਸ਼ਾਲਾ ਨੂੰ ਇਸੇ ਤਰ੍ਹਾਂ ਹੀ ਤੂਤਾਂ ਵਾਲੀ ਧਰਮਸ਼ਾਲਾ ਦੇ ਨਾਂ 'ਤੇ ਹੀ ਬਰਕਰਾਰ ਰੱਖਣ। ਕੋਸ਼ਿਸ਼ ਕਰਨ ਕਿ ਹੋਰ ਵੀ ਇੱਥੇ ਜਿਹੜੇ ਵੱਧ ਤੋਂ ਵੱਧ ਜਿਹੜੇ ਤੂਤ ਉਹ ਲਾਏ ਜਾਣ, ਤਾਂ ਕਿ ਹਰ ਇੱਕ ਚੀਜ਼ ਜਿਹੜੀ ਜਿਸ ਚੀਜ਼ ਦੇ ਨਾਲ ਸੰਬੰਧਿਤ ਹੁੰਦੀ ਹੈ, ਵਿਸ਼ੇਸ਼ਤਾ ਹੁੰਦੀ ਹੈ, ਕਿਸੇ ਦੀ ਕੋਈ ਵਿਸ਼ੇਸ਼ ਕੁਆਲਿਟੀ ਹੁੰਦੀ ਹੈ, ਉਹਦੇ ਨਾਲ ਉਹ ਜਾਣੀ ਜਾਵੇ ਅਤੇ ਜਾਣੀ ਚਾਹੀਦੀ ਹੈ। ਸਾਹਮਣੇ ਦਿਸ਼ਾ ਸ਼ਰਮਾ ਬੈਠੇ ਆ। ਬੇਟੀ ਨੇ ਕਿਹਾ ਕਿ ਪਾਪਾ ਮੈਂ ਨਾਲ ਜਾਣਾ। ਮੈਂ ਚਲੋ ਬੇਟੇ, ਉਹਨਾਂ ਦਾ ਵੀ ਜ਼ਿਕਰ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ। ਤੁਹਾਡੇ ਸਾਹਮਣੇ ਜਿਹੜੀ ਅਗਲੀ ਯਾਦਗਾਰ ਤੁਹਾਨੂੰ ਵਿਖਾ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਾਰਗ ਦੀ ਜਿਹੜੀ ਇਹ ਯਾਦਗਾਰ ਹੈ। ਇਹ ਵੀ ਜਿਹੜੀਆਂ ਅਜਿਹੀਆਂ ਯਾਦਗਾਰਾਂ ਬਹੁਤ ਘੱਟ ਜਿਹੜੀਆਂ ਵੇਖਣ ਨੂੰ ਹੁਣ ਮਿਲਦੀਆਂ ਨੇ। ਇਸ ਚੀਜ਼ ਦਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਇਹ ਜ਼ਰੂਰੀ ਹੈ ਕਿ ਜਦੋਂ ਕਿਸੇ ਮਹਾਂਪੁਰਸ਼ ਜਾਂ ਸਾਡੇ ਗੁਰੂ ਸਾਹਿਬਾਨ ਦੀ ਯਾਦ ਦੇ ਵਿੱਚ ਬਣਾਈਆਂ ਹੋਈਆਂ ਕਿੰਨੇ ਹੀ ਵਧੀਆ ਢੰਗ ਦੇ ਨਾਲ ਹਜੇ ਵੀ ਇਸ ਨੂੰ ਜਿਹੜਾ ਸਾਂਭ ਕੇ ਉਹ ਰੱਖਿਆ ਗਿਆ ਹੈ। ਔਰ ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਗੁਰੂ ਸਾਹਿਬ ਵੱਲੋਂ ਜਿਹੜੀ ਵਿਆਕਰਨ ਲਿਪੀ, ਜੋ ਵੀ ਉਹਨਾਂ ਦੀ ਭਾਸ਼ਾ, ਮੇਰੇ ਨਾਲ ਗੁਰਸੇਵਕ ਸਿੰਘ ਧਾਲੀਵਾਲ
ਸਬੱਬ ਦੇ ਨਾਲ ਜੁੜ ਗਏ। ਮੈਂ ਕਿਹਾ ਆਓ ਉਹਨਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ। ਧੀਰਜ ਧਾਮ ਬਣਾਏ ਇਹ ਮਨ, ਬੁੱਧ ਸੋ ਦੀਪਕ ਜਿਉ ਉਜਾਰਾ। ਇਹ ਸ਼ਬਦ ਨੂੰ ਗੁਰੂ ਸਾਹਿਬ ਨੂੰ ਚਾਰੇ ਪਾਸੇ ਲਿਖਿਆ ਗਿਆ ਕਿ ਹਮੇਸ਼ਾ ਹੀ ਆਪਦੇ ਮਨ ਨੂੰ ਜਿਹੜਾ ਉਹ ਧੀਰਜ ਦਾ, ਠੰਮੇ ਦਾ, ਸ਼ਾਂਤੀ ਦਾ, ਸਾਦਗੀ ਦਾ ਅਸੀਂ ਮੁਜੱਸਮਾ ਬਣਾ ਕੇ ਰੱਖੀਏ ਅਤੇ ਆਪਦੀ ਬੁੱਧ ਨੂੰ ਹਮੇਸ਼ਾ ਹੀ ਕੋਸ਼ਿਸ਼ ਕਰੀਏ ਇੱਕ ਦੀਪਕ ਦੇ ਤਰ੍ਹਾਂ, ਇੱਕ ਸੂਰਜ ਦੇ ਤਰ੍ਹਾਂ ਚਮਕਾਉਣ ਦੀ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਇਹੋ ਹੀ ਗੱਲਾਂ ਗੁਰੂ ਪਾਤਸ਼ਾਹ ਜੀ ਨੇ ਸਿਖਾਈਆਂ ਸੀ ਕਿ ਹਮੇਸ਼ਾ ਹੀ ਆਪਦੀ ਸੋਚ ਨੂੰ ਉੱਚਾ ਸੁੱਚਾ ਰੱਖੋ। ਔਕਾਬ ਜਿਹੜੀ ਤੁਹਾਡੀ ਇੱਕ ਉਡਾਰੀ ਹੋਣੀ ਚਾਹੀਦੀ ਹੈ, ਤੁਹਾਡੀ ਸੋਚ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਸਾਨੂੰ ਇਹਨਾਂ ਨੇ ਸਿਖਾਈਆਂ ਨੇ। ਅਖੀਰ ਦੇ ਵਿੱਚ ਆਪ ਸਭ ਦਾ ਸਹਿਯੋਗ ਦੇਣ ਲਈ ਧੰਨਵਾਦ। ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਰ ਇੱਕ ਦਾ ਧੰਨਵਾਦ ਜੋ ਸਾਡੇ ਨਾਲ ਜੁੜਿਆ। ਬਹੁਤ ਬਹੁਤ ਸ਼ੁਕਰੀਆ।